दंगा पीड़िता कुछ अलाटमेंट हुई सी मकाना की 2016 च। अच्छा जी। वो मकाना ते कुछ शरारती अंसर ने ताले तोड़ के कब्जे कर ले। इन्होंने अलाटमेंट हुई सी, उन्होंने सारे डॉक्यूमेंट्स है ने साड़ी सोसाइटी को लैके असीं समय समय सिर उहदियां कंप्लेंटां करते रहे हैं। मोहम्मद रफीक है जिन्हें जेड़े लोगों के कब्जे कराउंदा है, जेड़े अनऑथराइज ने, ना कोई दंगा पीड़ित ने ना कोई उन्होंं कोई वास्ता है। मोहम्मद रफीक को 4 मकान अपने सन, उन्हें 2 मकान तो मोहम्मद रफीक ने कब्जे बेचते हैं। मेरा नाम रफीक मुहम्मद है, मैं दंगा पीड़ित नहीं है जी, मैं आप कहना स्वीकार करदा। जे कोई मेरे नाम का दंगा पीड़ित कार्ड बनया है, मैं मानयोग पुलिस कमिश्नर साहब नूं खुद बेनती करना भी सवेरे मेरे ते परचा करन ते मैनूं सलाखा दे अंदर सिੱਟਣਾ। एक मकान उन्हें जाली लाल कार्ड लगा के किसी को मुल लैके अलाटमेंट करा ली, वो अलाटमेंट हो नहीं सकती। जो बंदे ही मर गया अलाटमेंट किवें होएगी? NOC नहीं हैगी जी, ये मेरे दोस्त सीगे जिन्हां दी मैं गल करदा सीगा, वो जांदे होए मेरी मिੱਤਰ ਸੀ, बहुत ही उन्हां दी मैं मदद कीती है, सेवा कीती है, बीमार सी बहुत, उन्हां दा मूँह मूत कीता जी मैं। वो जांदे होए ਉਹਦੀ एविस ਦੇ ਵਿੱਚ ਮੇਰੇ ਨਾਂ ਰਜਿਸਟਰਡ ਬਿੱਲ ਕਰਾ ਕੇ ਗਏ ਨੇ ਜੀ, ਜਿਹੜੀ ਕਾਨੂੰਨ ਦੇ ਤਹਿਤ ਰਜਿਸਟਰਡ ਆ, ਵੈਰੀਫਾਈਡ ਆ। ਉਹਦੀ ਜਦੋਂ ਡੈਥ ਤੋਂ ਬਾਅਦ ਹੈ ਗਲਾਡੇ ਦੇ ਕਾਨੂੰਨ ਦੇ ਮੁਤਾਬਕ ਤੁਸੀਂ ਉਹ ਜਿਹੜਾ ਮਤਲਬ ਬਿੱਲ ਦਾ ਬੈਨੀਫੀਸ਼ੀਅਰੀ ਹੈ, ਜਿਹੜੀ ਬਿੱਲ ਬਣੀ ਆ, ਉਹਨੂੰ ਅਪਲਾਈ ਕਰਨ, ਉਹਦੀ ਟ੍ਰਾਂਸਫਰ ਕਰਨ ਵਾਸਤੇ ਐਪਲੀਕੇਸ਼ਨ ਲਾ ਸਕਦਾ। ਸੋ ਮੈਂ ਲਾਈ ਹੋਈ ਆ, ਗਲਾਡਾ ਨੇ ਉਹਦੇ ਪਬਲੀਕੇਸ਼ਨ ਦਿੱਤੀ ਆ, ਨੋ ਆਬਜੈਕਸ਼ਨ, ਕੋਈ ਆਬਜੈਕਸ਼ਨ ਨਹੀਂ ਹੈ। 16 ਦੇ ਵਿੱਚ ਅਲਾਟ ਹੋਏ ਨੇ ਮਕਾਨ। 16 ਤੋਂ ਲੈ ਕੇ ਆਈ ਦਿਨ ਤੱਕ ਪਤਾ ਨਹੀਂ ਕਿੰਨੀ ਵਾਰੀ ਲੋਕਾਂ ਨੇ ਐਪਲੀਕੇਸ਼ਨਾਂ ਦਿੱਤੀਆਂ, ਕਿੰਨੀ ਵਾਰੀ ਗਲਾਡਾ ਨੇ ਕਮਿਸ਼ਨਰ ਸਾਹਿਬ ਨੂੰ ਚਿੱਠੀਆਂ ਲਿਖੀਆਂ ਕਿ ਇਹ ਮਕਾਨ ਫੋਰਸ ਦਿਓ, ਸਾਨੂੰ ਇਹ ਮਕਾਨ ਖਾਲੀ ਕਰਵਾਉਣੇ ਨੇ। ਅੱਛਾ। ਔਰ ਅੱਜ ਉਹ ਕਹਿੰਦਾ ਕਿ ਇਹ ਮੈਂ ਮਕਾਨ ਜਿਹੜੇ ਹੈਗੇ ਖਾਲੀ ਨਹੀਂ ਹੋਣ ਦੇਵਾਂਗਾ। ਤੇ ਇਹਦੇ 'ਚ ਪਾਲਿਸੀ ਦੇ ਵਿੱਚ ਇਹ ਕਲੀਅਰ ਕੱਟ ਲਿਖਿਆ ਹੋਇਆ ਵੀ ਜਿਹੜਾ ਦੰਗਾ ਪੀੜਤ ਆ, ਇਸ ਕਲੋਨੀ ਵਾਸਤੇ ਪਾਲਿਸੀ ਆ, ਉਹ ਕਾਬਜ਼ ਹੋਣਾ ਚਾਹੀਦਾ ਇੱਥੇ। ਜੋ ਕਾਬਜ਼ ਸੀਗੇ ਫਿਰ ਗਏ ਕਿੱਥੇ ਜੀ? ਠੀਕ ਹੈ ਨਾ, ਜੇ ਗਏ ਨੇ ਤੇ 1 ਮਹੀਨੇ ਤੋਂ ਬਾਅਦ ਉਹ ਖਾਲੀ ਛੱਡ ਕੇ ਜਾਂ ਤਾਂ ਵੀ ਉਹਨਾਂ ਦਾ ਆਟੋਮੈਟਿਕਲੀ ਕੈਂਸਲ ਹੁੰਦਾ, ਪਰ ਉਹ ਰਹੀ ਨਹੀਂ ਇੱਥੇ 1 ਦਿਨ ਦਾ ਪ੍ਰੂਫ ਦੇਣ ਦਾ। ਉਹ ਬੰਦੇ ਤੇ ਜਾ ਕੇ ਮਿਲਿਆ ਸੀ, ਗੁਰਦਾਸਪੁਰ ਮਿਲ ਕੇ ਆਇਆ ਜੀ ਬੰਦੇ ਨੂੰ, ਮੈਂ ਖੁਦ ਮਿਲ ਕੇ ਆਇਆ। ਇੱਕ ਬੀਬੀ ਹੈਗੀ ਆ ਆਪਣੇ ਜਗਰਾਉਂ ਸਾਈਡ ਦੀ, ਉਹ ਕਹਿੰਦੀ ਵੀ ਪੁੱਤ ਸਾਨੂੰ ਤਾਂ ਪਤਾ ਹੀ ਕੁਛ ਨਹੀਂ ਵੀ ਇਹ ਕੀ ਕੀਤਾ ਹੋਇਆ, ਸਾਨੂੰ ਤਾਂ ਪਤਾ ਹੀ ਨਹੀਂ। ਮੇਰੇ ਨਾਲ ਇਹ ਬਜ਼ੁਰਗ ਖੜੇ ਆ, ਇਹਨਾਂ ਬਜ਼ੁਰਗਾਂ ਦੀ ਉਮਰ ਹੈਗੀ ਆ, ਇਹ ਕਿਵੇਂ ਜਾ ਕੇ ਉਹਨਾਂ ਗੁੰਡਿਆਂ ਦੇ ਨਾਲ ਲੜਨਗੇ? ਇਹਨਾਂ ਵਿੱਚ ਇੰਨੀ ਤਾਕਤ ਨਹੀਂ ਆ ਕਿ ਉਹ ਗੁੰਡਿਆਂ ਦੇ ਨਾਲ ਲੜਨ ਤੇ ਆਪਣਾ ਮਕਾਨ ਖਾਲੀ ਕਰਵਾ ਕੇ ਤੇ ਉਹਦੇ ਵਿੱਚ ਬੈਠਣ। ਇਸ ਕਰਕੇ ਇਹਨਾਂ ਦੀ ਲੜਾਈ ਅਸੀਂ ਲੜਾਂਗੇ। ਲੱਤਾਂ ਸਾਰਿਆਂ ਦੇਖੋ ਲੱਤਾਂ ਬਣ ਕੇ ਫਿਰ ਤਾਂ ਤੁਰਦੇ ਆ, ਇੱਥੇ ਪਹੁੰਚਦੇ ਆ, ਪਹਿਲਾਂ ਤਾਂ 2 ਘੰਟੇ ਤਿਆਰੀ ਕਰਦੇ ਆ ਆਉਣ ਦੀ, ਫਿਰ ਜਾ ਕੇ ਤਿਆਰ ਹੁੰਦੇ ਆ, ਤਿਆਰ ਇੱਥੇ ਆਉਂਦੇ, ਇੱਥੇ ਆ ਕੇ ਧੱਕੇ ਖਾ ਕੇ ਫਿਰ ਮੁੜ ਜਾਂਦੇ ਆ। ਅਫਸਰ ਆਸ਼ਵਾਸਨ ਦੇ ਛੱਡਦੇ ਆ ਤੇ ਕੰਮ ਹੁੰਦਾ ਬੰਦਾ ਕੁਛ ਨਹੀਂ। ਔਰ ਬੀਬੀ ਗੁਰਦੀਪ ਕੌਰ ਪੂਰੇ 6 ਮਕਾਨ ਇਕੱਠੇ ਹੀ ਨੇ, 7ਵਾਂ ਸਾਹਮਣੇ ਆ ਜਿਹਦੇ ਕਬਜ਼ਾ ਕਰੀ ਬੈਠੇ ਰਹਿائش ਹੈ। 6 ਮਕਾਨ ਨੇ, 2933 34 ਜਿਹੜੇ ਸਾਰੇ ਇਕੱਠੇ ਗਿਣ ਲਓ, ਹੁਣ ਚੈੱਕ ਕਰ ਲਓ ਜੀ, ਪ੍ਰਸ਼ਾਸਨ ਆ ਕੇ ਚੈੱਕ ਕਰ ਲਵੇ, ਉਹ ਦੱਸੇ ਵੀ ਕਿਹੜੇ ਦੰਗਾ ਪੀੜਤਾਂ ਦਾ ਹੱਕ ਮਾਰੀ ਬੈਠੀ ਆ ਇਹ। ਇੱਕ ਮਕਾਨ ਹੈਗਾ 2848 ਜਿਹੜੀ ਕਿ ਕੈਂਸਰ ਦੀ ਪੀੜਤ ਹੈਗੀ ਆ। ਅੱਛਾ ਜੀ। ਉਹ ਮਕਾਨ ਤੇ ਕਬਜ਼ਾ ਹੋ ਗਿਆ ਸੀ। ਇੱਕ ਕੋਈ ਹਰਮਨ ਮੁੰਡਾ ਹੈਗਾ, ਉਹਨੇ ਕਬਜ਼ਾ ਕਰ ਲਿਆ ਸੀਗਾ। ਅੱਛਾ ਜੀ। ਉਹ ਕਬਜ਼ਾ ਖਾਲੀ ਕਰਨ ਵਾਸਤੇ MLA ਸਾਹਿਬ ਯਾਦ ਕਰੋ ਥੋੜਾ ਜਿਹਾ ਕਿ ਤੁਹਾਡੀ ਐਂਬੂਲੈਂਸ ਗਈ ਸੀ ਔਰ ਤੁਹਾਡੇ ਕੋਈ ਪਾਰਟੀ ਦੇ ਜਿਹੜੇ ਅਹੁਦੇਦਾਰ ਸਨ, ਇੱਕ ਬੀਬੀ ਹੈਗੀ ਆ ਪ੍ਰੀਤੀ, ਉਹ ਗਈ ਸੀ, ਦਰਸ਼ਨ ਸਿੰਘ ਦਾ ਮੁੰਡਾ ਹੈਗਾ, ਦਰਸ਼ਨ ਸਿੰਘ ਤਮੀਜਾ ਉਹਨਾਂ ਦਾ ਮੁੰਡਾ ਹੈਗਾ, ਵਿਕਾਸ ਤਲਵਾਰ ਹੈਗਾ, ਇਹ ਸਾਰੇ ਗਏ ਸਨ ਜਾ ਕੇ ਉਹ ਬੀਬੀ ਨੂੰ ਮਕਾਨ ਦੇ ਵਿੱਚ ਬਿਠਾ ਕੇ ਆਏ। ਤੇ ਅੱਜ MLA ਸਾਹਿਬ ਤੁਹਾਡੇ ਹੀ ਬੰਦੇ ਉੱਠ ਕੇ ਸਾਡੇ ਤੇ ਐਲੀਗੇਸ਼ਨ ਲਗਾ ਰਹੇ ਨੇ ਕਿ ਸਾਡੇ ਗੁੰਡੇ ਆਏ ਤੇ ਇਹ ਤੋਂ ਮਕਾਨ ਖਾਲੀ ਕਰਵਾ ਲਿਆ। ਤੋ ਗੱਲ ਹੈ ਵੀ ਇਹ ਬੜੇ ਹਾਈ ਲੈਵਲ ਦਾ ਸਰਜੀਤ ਸਿੰਘ ਤੇ ਗੁਰਦੀਪ ਕੌਰ ਜੀ ਦੰਗਾ ਪੀੜਤਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਆਪਣੇ ਨਿੱਜੀ ਫਾਇਦਿਆਂ ਲਈ ਮੁਹੰਮਦ ਰਫੀਕ ਕਹਿ ਰਿਹਾ ਅੱਜ ਜਾਂ ਕੱਲ ਮੈਨੂੰ NOC ਮਿਲ ਜਾਏਗੀ, ਅਫਸਰ ਮੇਰੇ, ਸਰਕਾਰ ਮੇਰੀ, ਸਭ ਕੁਝ ਮੇਰਾ। ਮੈਨੂੰ ਇੱਕੋ ਜਵਾਬ ਦੇਣ, ਜੋ ਦੰਗਾ ਪੀੜਤ ਪਰਿਵਾਰ ਨੂੰ ਹੈ ਕਿੱਥੇ ਨੇ ਜੀ? 1984 ਦੇ ਵਿੱਚ ਜੋ ਪਰਿਵਾਰ ਉੱਜੜ ਕੇ ਪੰਜਾਬ ਵਸੇ ਸੀ, ਅੱਜ ਉਹ ਪਰਿਵਾਰ ਨੇ ਜਿਹੜਾ ਗਲਾਡਾ ਆਫਿਸ ਪਹੁੰਚੇ ਨੇ, ਹੀਰਾ ਸਿੰਘ ਗਾਬੜੀਆ ਜੀ ਜੋ ਸਾਬਕਾ ਜੇਲ੍ਹ ਮੰਤਰੀ, ਉਹ ਪਹੁੰਚੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ ਤੇ ਗਾਬੜੀਆ ਜੀ। ਮਿਹਰਬਾਨੀ, ਧੰਨਵਾਦ ਜੀ। ਇਹ ਪਰਿਵਾਰ ਕਾਫੀ ਸਮੇਂ ਤੋਂ ਜਿਹੜਾ ਇਸ ਪਰੇਸ਼ਾਨੀ ਦੇ ਵਿੱਚ ਨੇ, ਫਲੈਟਾਂ ਦੀ ਮਲਕੀਅਤ ਨੂੰ ਲੈ ਕੇ ਔਰ ਕੁਝ ਹੋਰ ਲੋਕਾਂ ਵੱਲੋਂ ਜਬਰਨ ਜਿਹੜੇ ਆ ਦੇਖੋ ਜੀ, ਇਹਨਾਂ ਦੀਆਂ ਕਾਫੀ ਸਾਰੀਆਂ ਸਮੱਸਿਆਵਾਂ ਸੀਗੀਆਂ ਜੀ। ਕੁਛ ਤਾਂ ਉੱਥੋਂ ਦੇ ਮਕਾਨ ਆ ਜਿਹੜੇ ਉਹਨਾਂ ਦੀ ਰਿਪੇਅਰ ਦੀ ਆ, ਹਾਂਜੀ। ਕੁਛ ਕਈਆਂ ਨੂੰ ਅਲਾਟਮੈਂਟ ਹੋਈ ਵਾਲੀ ਕਬਜ਼ੇ ਨਹੀਂ ਮਿਲੇ ਜੀ। ਕਈ ਕਿਸਮ ਦੀਆਂ ਸਮੱਸਿਆਵਾਂ ਸੀਗੀਆਂ, ਕਾਫੀ ਸਾਰੀਆਂ ਇਹਨਾਂ ਕੋਲ ਪਹੁੰਚੀਆਂ ਸੀ। ਸੁਸਾਇਟੀ ਇੱਕ ਬਣੀ ਹੋਈ ਹੈ ਇਹਨਾਂ ਦੀ, ਜੀ ਜੀ, ਵੈਲਫੇਅਰ ਸੁਸਾਇਟੀ ਦੰਗਾ ਪੀੜ,
ਉਹਦੇ ਕੋਲ ਆਈਆਂ ਸੀ, ਉਹਦੇ ਕਰਕੇ ਅਸੀਂ ਅੱਜ ਅਫਸਰਾਂ ਨੂੰ ਮਿਲੇ ਆ। ਅਫਸਰਾਂ ਨੇ ਯਕੀਨ ਦਿਵਾਇਆ ਵੀ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਨਾਲ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ। ਹੀਰਾ ਸਿੰਘ ਗਾਬੜੀਆ ਕਹਿੰਦੇ ਨੇ ਕਿ ਸਰਦਾਰ ਕੁਲਵੰਤ ਸਿੰਘ ਸਿੱਧੂ ਜੋ ਇਲਜ਼ਾਮ ਨੇ ਨਾ ਪਰਿਵਾਰਾਂ ਦੇ ਕਿ ਉਹਨਾਂ ਦੀ ਇਹ ਪਰਿਵਾਰਾਂ ਦੀ ਜੋ ਮਦਦ ਨਹੀਂ ਕਰਦੇ, ਇਹਨਾਂ ਦਾ ਕਹਿਣਾ ਕਿ ਇਸ ਬਾਰੇ ਮੇਰੇ ਨਾਲ ਕੋਈ ਗੱਲ ਨਹੀਂ ਹੋਈ। ਜੋ ਇਹਨਾਂ ਦੀਆਂ ਮੁਸ਼ਕਲਾਂ ਸੀਗੀਆਂ ਉਹਨਾਂ ਦੇ ਬਾਬਤ ਅੱਜ ਗਲਾਡਾ ਹੈੱਡ ਨੂੰ ਜੋ ਮਿਲੇ ਨੇ ਔਰ ਉਹਨਾਂ ਨੇ ਕਿਹਾ ਕਿ ਗਲਾਡਾ ਵੱਲੋਂ ਜਿਹੜਾ ਯਕੀਨ ਦਿਵਾਇਆ ਗਿਆ ਕਿ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਵੀ ਜਿਹੜਾ ਕੰਮ ਨਹੀਂ ਹੋਵੇਗਾ। 1984 ਸਿੱਖ ਦੰਗਾ ਪੀੜਤ ਜੋ ਸੁਸਾਇਟੀ ਹੈ ਉਹਦੇ ਜਿਹੜੇ ਪ੍ਰਧਾਨ ਨੇ ਸਰਦਾਰ ਸੁਰਜੀਤ ਸਿੰਘ ਜੀ ਔਰ ਜੋ ਮਹਿਲਾ ਵਿੰਗ ਪ੍ਰਧਾਨ ਨੇ ਉਹ ਵੀ ਬੀਬੀ ਜੀ ਪਹੁੰਚੇ ਨੇ। ਸਵਾਗਤ ਹੈ ਸਾਰਿਆਂ ਦਾ ਲੁਧਿਆਣਾ ਲਾਈਵ ਤੇ। ਪ੍ਰਧਾਨ ਜੀ, ਕਾਫੀ ਜਿਹੜਾ ਲੰਬੇ ਸਮੇਂ ਤੋਂ ਇਹ ਚੱਲ ਰਹੇ ਨੇ ਵਾਦ ਵਿਵਾਦ, ਅੱਜ ਹੀਰਾ ਸਿੰਘ ਗਾਬੜੀਆ ਵੀ ਤੁਹਾਡੇ ਨਾਲ ਇੱਥੇ ਗਲਾਡਾ ਪਹੁੰਚੇ ਨੇ, ਕੀ ਸੀ ਸਾਰਾ ਮਾਮਲਾ ਜੀ? ਮਸਲਾ ਸੀ ਇੱਕ ਤਾਂ ਸਾਡੇ ਦੰਗਾ ਪੀੜਤਾਂ ਨੂੰ ਕੁਝ ਅਲਾਟਮੈਂਟ ਹੋਈ ਸੀ ਮਕਾਨਾਂ ਦੀ 2016 'ਚ। ਅੱਛਾ ਜੀ। ਉਹ ਮਕਾਨਾਂ ਤੇ ਕੁਝ ਸ਼ਰਾਰਤੀ ਅਨਸਰਾਂ ਨੇ ਤਾਲੇ ਤੋੜ ਕੇ ਕਬਜ਼ੇ ਕਰ ਲਏ। ਹਾਂ, ਉਹਨਾਂ ਦੇ ਵੀ ਸਾਰੇ ਜਿਨ੍ਹਾਂ ਨੂੰ ਅਲਾਟਮੈਂਟ ਹੋਈ ਸੀ ਉਹਨਾਂ ਕੋਲ ਸਾਰੇ ਡਾਕੂਮੈਂਟਸ ਹੈਗੇ ਨੇ, ਸਾਡੀ ਸੁਸਾਇਟੀ ਕੋਲ ਲੱਗੇ ਨੇ। ਅਸੀਂ ਸਮੇਂ ਸਿਰ ਉਹਦੀਆਂ ਕੰਪਲੀਟਾਂ ਕਰਦੇ ਰਹੇ ਹਾਂ। ਪੁਲਿਸ ਕਮਿਸ਼ਨਰ ਸਾਹਿਬ ਨੂੰ, ਪੁੱਡੇ ਵਾਲਿਆਂ ਨੂੰ, ਡੀਸੀ ਨੂੰ ਤੇ ਸਾਰੇ ਮਹਿਕਮੇ 'ਚ ਹੁੰਦੀਆਂ ਰਹੀਆਂ ਨੇ। ਉਹ ਮਕਾਨਾਂ ਦੀਆਂ ਕਈ ਚਿੱਠੀਆਂ ਪੁੱਡੇ ਨੇ ਲਿਖੀਆਂ ਨੇ ਸੀਪੀ ਸਾਹਿਬ ਨੂੰ ਕਿ ਸਾਨੂੰ ਪੁਲਿਸ ਫੋਰਸ ਦਿਓ, ਅਸੀਂ ਖਾਲੀ ਕਰਾ ਕੇ ਦੇਵਾਂਗੇ, ਲੇਕਿਨ ਅਜੇ ਤੱਕ ਮਕਾਨ ਖਾਲੀ ਨਹੀਂ ਹੋਏ। ਕਾਫੀ ਸਮਾਂ ਹੋ ਗਿਆ, ਉਹ ਵਿੱਚ ਰੌਲਾ ਚੱਲਦਾ ਪਿਆ। ਇੱਕ ਮੁਹੰਮਦ ਰਫੀਕ ਹੈ ਜਿਹਨੇ ਜਿਹੜੇ ਲੋਕਾਂ ਦੇ ਕਬਜ਼ੇ ਕਰਾਉਂਦਾ, ਜਿਹੜੇ ਅਨਆਥੋਰਾਈਜ਼ ਨੇ, ਨਾ ਕੋਈ ਦੰਗਾ ਪੀੜਤ ਨੇ ਨਾ ਕੋਈ ਉਹਨਾਂ ਦਾ ਕੋਈ ਵਾਸਤਾ ਹੈਗਾ। ਮੁਹੰਮਦ ਰਫੀਕ ਕੋਲ 4 ਮਕਾਨ ਆਪਣੇ ਸਨ, ਉਹਨੇ 2 ਮਕਾਨ ਤੇ ਮੁਹੰਮਦ ਰਫੀਕ ਨੇ ਕਬਜ਼ੇ ਵੇਚਦੇ ਨੇ। ਇੱਕ ਮਕਾਨ ਉਹਨੇ ਜਾਲੀ ਲਾਲ ਕਾਰਡ ਲਗਾ ਕੇ ਕਿਸੇ ਕੋਲ ਮੁੱਲ ਲੈ ਕੇ ਅਲਾਟਮੈਂਟ ਕਰਾ ਲਈ। ਉਹ ਅਲਾਟਮੈਂਟ ਹੋ ਨਹੀਂ ਸਕਦੀ। ਜਦੋਂ ਬੰਦੇ ਹੀ ਮਰ ਗਿਆ ਅਲਾਟਮੈਂਟ ਕਿਵੇਂ ਹੋਏਗੀ? ਉਹਦਾ ਬੇਟਾ ਵੀ ਮਰ ਗਿਆ, ਉਹਦੀ ਘਰਵਾਲੀ ਮਰ ਗਈ। ਉਹਨੇ ਇੱਥੇ ਥੱਲੇ ਮਿਲ ਕੇ ਕਲਰ ਕਿਸੇ ਨਾਲ ਮਿਲ ਕੇ ਉਹਨੂੰ ਅਲਾਟਮੈਂਟ ਕਰਾ ਲਈ ਹੈ। ਉਹਦੀ ਉਹਨੇ ਐਨਓਸੀ ਅਪਲਾਈ ਕੀਤੀ ਸੀ ਉਹਨੇ। ਅਸੀਂ ਉਹਦਾ ਆਬਜੈਕਸ਼ਨ ਫਾਈਲ ਕੀਤਾ, 3 ਮਹੀਨੇ ਹੋ ਗਏ ਨੇ, ਉਹਦੇ ਖਿਲਾਫ ਕੰਪਲੇਂਟ ਕੀਤੀ ਹੋਈ ਹੈ, ਲੇਕਿਨ ਇਹਨਾਂ ਕੋਈ ਫੈਸਲਾ ਨਹੀਂ ਕੀਤਾ। ਕਹਿੰਦੇ ਸੀ ਥੱਲੇ ਸਟੇਟ ਅਫਸਰ ਕਹਿੰਦਾ ਸੀ ਉਹਨੂੰ ਐਨਓਸੀ ਜਾਰੀ ਕਰਾਂਗੇ। ਅਸੀਂ ਕਿਹਾ ਉਹਨੂੰ ਐਨਓਸੀ ਜਾਰੀ ਨਹੀਂ ਹੋ ਸਕਦੀ ਜਦੋਂ ਤੱਕ ਸਾਡੀ ਇਨਕੁਆਇਰੀ ਕੰਪਲੀਟ ਨਾ ਹੋਵੇ। ਉਹ ਫਿਰ ਅਸੀਂ ਅੱਜ ਸਾਰਾ ਡੈਪੂਟੇਸ਼ਨ ਮਿਲਿਆ, ਅਫਸਰਾਂ ਨੂੰ ਮਿਲਿਆ, ਸੀਏ ਸਾਹਿਬ ਨੂੰ ਸਾਨੂੰ ਆਸ਼ਵਾਸਨ ਦਵਾਇਆ। ਬੜੇ ਪ੍ਰੇਮ ਨਾਲ ਗੱਲ ਹੋਈ ਕਿ ਜਿਹੜੇ ਤੁਹਾਡੇ ਮਸਲੇ ਨੇ ਅਸੀਂ ਹਮਦਰਦੀ ਨਾਲ ਵਿਚਾਰ ਕਰਾਂਗੇ। ਜਿਹੜੀ ਮੁਹੰਮਦ ਰਫੀਕ ਦੇ ਖਿਲਾਫ ਕੰਪਲੇਂਟ ਉਹਦੀ ਪੜਤਾਲ ਹੋਵੇਗੀ, ਉਸ ਤੋਂ ਬਾਅਦ ਜਿਹੜਾ ਅਸੀਂ ਕੋਈ ਫੈਸਲਾ ਕਰਾਂਗੇ। ਸਾਨੂੰ ਬੜਾ ਚੰਗੀ ਵਧੀਆ ਗੱਲ ਹੋਈ ਹੈ ਤੇ ਜਿਹੜਾ ਮੋਲ ਠੀਕ ਹੈ। ਹਾਂਜੀ, ਮੁਹੰਮਦ ਰਫੀਕ ਵੱਲੋਂ ਜੋ ਐਨਓਸੀ ਅਪਲਾਈ ਕੀਤੀ ਗਈ ਹੈ ਉਹ ਫਲੈਟਾਂ ਦੀ ਜਿਹੜੇ ਤੁਸੀਂ ਕਹਿੰਦੇ ਹੋ ਕਿ ਗਲਤ ਅਲਾਟਮੈਂਟ ਹੋਏ ਹੈ, ਗਲਤ ਨਾਮ ਦੇ ਉੱਪਰ ਅਲਾਟਮੈਂਟ। ਹਾਂਜੀ ਹਾਂ, ਉਸ ਮਕਾਨ ਦੀ 2898 ਨੰਬਰ ਤੇ ਗਰਾਊਂਡ ਫਲੋਰ ਦਾ। ਠੀਕ ਹੈ, ਉਹਦੀ ਤੁਹਾਡੇ ਵੱਲੋਂ ਕੰਪਲੇਂਟ ਦਿੱਤੀ ਗਈ ਸੀ ਇਹਨਾਂ ਨੂੰ? ਦਿੱਤੀ ਗਈ ਕੰਪਲੇਂਟ ਦੀ ਅਫਸਰਾਂ ਨੂੰ, ਸਰਕਾਰ ਨੂੰ ਭੇਜੀ ਹੈ, ਥੱਲੇ ਭੇਜੀ ਹੋਈ ਹੈ। ਹਾਂ, ਦਿੱਤੀ ਹੋਈ ਹੈ। ਹਾਂਜੀ, ਠੀਕ ਹੈ, ਠੀਕ ਹੈ ਜੀ। ਬੀਬੀ ਜੀ, ਕੀ ਕਹੋਗੇ ਅਗਰ ਇਸ ਤਰ੍ਹਾਂ ਜੋ ਦੰਗਾ ਪੀੜਤ ਪਰਿਵਾਰ ਨੇ, ਤੁਸੀਂ ਉਹਨਾਂ ਦੇ ਮੋਢੀ ਹੋ, ਉਹਨਾਂ ਦੇ ਨਾਲ ਜਿਹੜਾ ਉਹਨਾਂ ਦੀਆਂ ਸਮੱਸਿਆਵਾਂ ਤੁਸੀਂ ਜਿਹੜੀਆਂ ਲੈ ਕੇ ਚੱਲਦੇ ਹੈਗੇ ਹੋ, ਤੇ ਇਹ ਕਾਫੀ ਜਿਹੜਾ ਮੁਹੰਮਦ ਰਫੀਕ ਹੈ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਜਿਹੜਾ ਚੱਲ ਰਿਹਾ ਹੈਗਾ, ਤਾਂ ਤੁਹਾਡੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਜਾਂਦੇ ਨੇ ਕਿ ਮੌਜੂਦਾ ਸਰਕਾਰ ਇਹ ਪਰਿਵਾਰਾਂ ਦੀ ਸਾਰ ਨਹੀਂ ਲੈ ਰਹੀ, ਕੀ ਕਹੋਗੇ? ਦੇਖੋ ਜੀ, ਜਿਹੜੀ ਗੱਲ ਹੈਗੀ ਆ ਮੁਹੰਮਦ ਰਫੀਕ ਦੀ, ਉਹਦਾ ਇੱਕ ਪੂਰਾ ਪੇਸ਼ਾ ਹੈਗਾ। ਜਿਹੜੀ ਸਰਕਾਰ ਜਦੋਂ ਵੀ ਆਉਂਦੀ ਆ ਮੌਕੇ ਤੇ ਉਹ ਸਰਕਾਰ ਦੇ ਨਾਲ ਲੱਗ ਜਾਂਦਾ। ਅੱਛਾ ਜੀ। ਔਰ ਫਿਰ ਉਹਦਾ ਬੈਨੀਫਿਟ ਪੂਰਾ ਲੈਂਦਾ ਹੈਗਾ। ਔਰ ਅੱਜ ਦੇਖੋ ਜਿਹੜਾ ਹੈਗਾ ਉਹ ਲੋਕਾਂ ਦੇ ਤਾਲੇ ਤੋੜਵਾ ਕੇ, ਲੋਕਾਂ ਦੇ ਮਕਾਨਾਂ ਤੇ ਕਬਜ਼ੇ ਕਰਵਾ ਕੇ, ਅਲਾਟਮੈਂਟ ਮਕਾਨ ਹੈਗੇ ਆ। ਗਲਾਡਾ ਨੇ 3-3 4-4 ਵਾਰੀ ਇਨਕੁਆਇਰੀਆਂ ਕਰਨ ਤੋਂ ਬਾਅਦ ਉਹ ਮਕਾਨ ਅਲਾਟ ਕੀਤੇ। ਉਹਨਾਂ ਮਕਾਨਾਂ ਦੇ ਪੈਸੇ ਭਰੇ ਗਏ, ਸਭ ਕੁਝ ਹੋ ਗਿਆ। ਅੱਜ ਉੱਠ ਕੇ ਇਹ 2016 ਦੇ ਵਿੱਚ ਅਲਾਟ ਹੋਏ ਨੇ ਮਕਾਨ। 16 ਤੋਂ ਲੈ ਕੇ ਆਈ ਦਿਨ ਤੱਕ ਪਤਾ ਨਹੀਂ ਕਿੰਨੀ ਵਾਰੀ ਲੋਕਾਂ ਨੇ ਐਪਲੀਕੇਸ਼ਨਾਂ ਦਿੱਤੀਆਂ, ਕਿੰਨੀ ਵਾਰੀ ਗਲਾਡਾ ਨੇ ਕਮਿਸ਼ਨਰ ਸਾਹਿਬ ਨੂੰ ਚਿੱਠੀਆਂ ਲਿਖੀਆਂ ਕਿ ਇਹ ਮਕਾਨ ਫੋਰਸ ਦਿਓ, ਸਾਨੂੰ ਇਹ ਮਕਾਨ ਖਾਲੀ ਕਰਵਾਉਣੇ ਨੇ। ਅੱਛਾ। ਔਰ ਅੱਜ ਉਹ ਕਹਿੰਦਾ ਕਿ ਇਹ ਮੈਂ ਮਕਾਨ ਜਿਹੜੇ ਹੈਗੇ ਖਾਲੀ ਨਹੀਂ ਹੋਣ ਦੇਵਾਂਗਾ। ਮੈਂ ਐਮਐਲਏ ਸਾਹਿਬ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਐਮਐਲਏ ਸਾਹਿਬ, ਤੁਹਾਡਾ ਇਹ ਫਰਜ਼ ਬਣਦਾ ਕਿ ਤੁਸੀਂ ਇੱਕ ਬੰਦੇ ਦੇ ਪਿੱਛੇ ਲੱਗ ਗਏ, ਤੁਸੀਂ ਉਸ ਇਲਾਕੇ ਦੇ ਐਮਐਲਏ ਹੈਗੇ ਹੋ। ਅਸੀਂ ਸਾਰੇ ਹੀ ਜਿਹੜੇ ਹੈਗੇ ਆ ਉਸੇ ਇਲਾਕੇ ਦੇ ਵਿੱਚ ਆਨੇ ਆ। ਘੱਟੋ ਘੱਟ ਤੁਹਾਡਾ ਇੱਕ ਫਰਜ਼ ਬਣਦਾ ਹੈਗਾ ਕਿ ਤੁਸੀਂ ਉਹਨਾਂ ਲੋਕਾਂ ਨੂੰ ਵੀ ਆ ਕੇ ਪੁੱਛੋ। ਸਾਡੇ ਲੋਕਾਂ ਤੋਂ ਆ ਕੇ ਪੇਪਰ ਦੇਖੋ ਜਿਨ੍ਹਾਂ ਨੂੰ 39 ਸਾਲਾਂ ਦੇ ਵਿੱਚ ਧੱਕੇ ਖਾ ਕੇ ਜੇ ਕੋਈ ਛੱਤ ਸਰਕਾਰ ਨੇ ਦਿੱਤੀ ਤੇ ਉਹ ਛੱਤ ਜਿਹੜੀ ਹੈਗੀ ਆ ਇੱਕ ਲਟੇਰਾ ਬੰਦਾ ਉੱਠ ਕੇ ਉਹ ਲੁੱਟ ਲਿਆ ਰਿਹਾ, ਤੇ ਤੁਸੀਂ ਕਹਿੰਦੇ ਹੈਗੇ ਹੋ ਭਈ ਇਹ ਮਕਾਨ ਖਾਲੀ ਨਹੀਂ ਹੋਣਗੇ। ਔਰ ਅਸੀਂ ਆਪਣੇ ਲੋਕਾਂ ਵਾਸਤੇ ਆਈ ਦਿਨ ਤੱਕ ਅਸੀਂ ਕਾਤਲਾਂ ਨੂੰ ਸਜ਼ਾਵਾਂ ਦੇਣ ਵਾਸਤੇ, ਆਪਣੇ ਲੋਕਾਂ ਦੇ ਮੁੜ ਵਸੇਬੇ ਵਾਸਤੇ ਲੜਾਈਆਂ ਲੜਦੇ ਰਹੇ ਹਾਂ, ਅੱਗੋਂ ਵੀ ਲੜਾਂਗੇ। ਇਹਨਾਂ ਮਕਾਨਾਂ ਵਾਸਤੇ ਵੀ ਕਿਸੇ ਹੱਦ ਤੱਕ ਜਾਵਾਂਗੇ। ਔਰ ਇਹ ਮਕਾਨ ਖਾਲੀ ਕਰਵਾ ਕੇ, ਹੁਣ ਇੱਥੇ ਮੇਰੇ ਨਾਲ ਆ ਬਜ਼ੁਰਗ ਖੜੇ ਆ, ਇਹਨਾਂ ਬਜ਼ੁਰਗਾਂ ਦੀ ਉਮਰ ਹੈਗੀ ਆ, ਇਹ ਕਿਵੇਂ ਜਾ ਕੇ ਉਹਨਾਂ ਗੁੰਡਿਆਂ ਦੇ ਨਾਲ ਲੜਨਗੇ? ਇਹਨਾਂ ਵਿੱਚ ਇੰਨੀ ਤਾਕਤ ਨਹੀਂ ਆ ਕਿ ਉਹ ਗੁੰਡਿਆਂ ਦੇ ਨਾਲ ਲੜਨ ਤੇ ਆਪਣਾ ਮਕਾਨ ਖਾਲੀ ਕਰਵਾ ਕੇ ਤੇ
ਤੇ ਉਹਦੇ ਵਿੱਚ ਬੈਠਣ। ਇਸ ਕਰਕੇ ਇਹਨਾਂ ਦੀ ਲੜਾਈ ਅਸੀਂ ਲੜਾਂਗੇ। ਲੜਨ ਦੀ ਹਿੰਮਤ ਨਹੀਂ। ਹਾਂਜੀ ਬਾਪੂ ਜੀ, ਕੀ ਨਾਮ ਤੁਹਾਡਾ ਜੀ? ਆ ਦੇਖੋ ਕੀ ਹਾਲ ਹੈ ਜ਼ਿੰਦਗੀ ਦਾ, ਜ਼ਿੰਦਗੀ ਬਸ ਕਰਦੇ ਹਾਂ, ਨਿਗਾਹ ਘੱਟ ਹੈ। ਆ ਲੱਤਾਂ ਸਾਰਿਆਂ ਦੇਖੋ ਲੱਤਾਂ ਬਣ ਕੇ ਫਿਰ ਤਾਂ ਤੁਰਦੇ ਆ, ਇੱਥੇ ਪਹੁੰਚਦੇ ਆ। ਪਹਿਲਾਂ ਤਾਂ 2 ਘੰਟੇ ਤਿਆਰੀ ਕਰਦੇ ਆ ਆਉਣ ਦੀ, ਫਿਰ ਜਾ ਕੇ ਤਿਆਰ ਹੁੰਦੇ ਆ, ਤਿਆਰ ਇੱਥੇ ਆਉਂਦੇ, ਇੱਥੇ ਆ ਕੇ ਧੱਕੇ ਖਾ ਕੇ ਫਿਰ ਮੁੜ ਜਾਂਦੇ ਆ। ਅਫਸਰ ਆਸ਼ਵਾਸਨ ਦੇ ਛੱਡਦੇ ਆ ਤੇ ਕੰਮ ਹੁੰਦਾ ਕੁਛ ਨਹੀਂ। ਬੀਬੀ ਜੀ, ਵਿਧਾਇਕ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਕਦੇ? ਦੇਖੋ ਜੀ, ਵਿਧਾਇਕ ਸਾਹਿਬ ਨੂੰ ਬੜੀ ਵਾਰੀ ਕੋਸ਼ਿਸ਼ ਕੀਤੀ। ਇੱਕ ਵਾਰੀ ਮੈਂ ਜਿਹੜਾ ਆਪਣੇ ਗਿੱਲਾ ਪੁਲ ਦੇ ਉੱਪਰ ਉਹਨਾਂ ਦਾ ਦਫ਼ਤਰ ਆ, ਮੈਂ ਉੱਥੇ ਵੀ ਗਈ। ਸਾਡੇ ਪ੍ਰਧਾਨ ਸਾਹਿਬ ਵੀ ਗਏ, ਸਰਦਾਰ ਸਤਨਾਮ ਸਿੰਘ ਜੀ ਸੀ ਮੇਰੇ ਨਾਲ, ਦਲਜੀਤ ਸਿੰਘ ਸੀ, ਅਸੀਂ ਸਾਰੇ ਗਏ ਸੀ ਉੱਥੇ। ਪਰ ਉਹ ਸਾਨੂੰ ਕਹਿ ਗਏ ਕਿ ਮੈਂ 2 ਮਿੰਟਾਂ ਵਿੱਚ ਆ ਰਿਹਾ, ਤੁਹਾਨੂੰ ਮਿਲਾਂਗਾ, ਪਰ ਉਹ ਸਾਨੂੰ ਮਿਲੇ ਨਹੀਂ ਹੈਗੇ। ਫਿਰ ਆ ਥੋੜ੍ਹੇ ਦਿਨ ਪਹਿਲੇ ਮੈਂ ਉਹਨਾਂ ਨੂੰ ਇੱਕ ਫੋਨ ਵੀ ਕੀਤਾ ਸੀ। ਮੈਂ ਕਿਹਾ ਵੀਰ ਜੀ, ਤੁਹਾਨੂੰ ਕੁਝ ਲੋਕ ਗੁੰਮਰਾਹ ਕਰ ਰਹੇ ਆ, ਤੁਸੀਂ ਸਭ ਦੇ MLA ਹੈਗੇ ਹੋ, ਸਾਂਝੇ ਹੈਗੇ ਹੋ, ਤੁਸੀਂ ਬੈਠ ਕੇ ਸਾਡੀ ਗੱਲ ਸੁਣੋ, ਕਿਉਂਕਿ ਤੁਹਾਡੀ ਸਰਕਾਰ ਕਹਿੰਦੀ ਆ ਅਸੀਂ ਕੋਈ ਵੀ ਨਾਜਾਇਜ਼ ਕਬਜ਼ਾ ਨਹੀਂ ਹੋਣ ਦੇਵਾਂਗੇ, ਅਸੀਂ ਕੋਈ ਵੀ ਕਿਸੇ ਦਾ ਕਬਜ਼ਾ ਜਿਹੜਾ ਹੈਗਾ ਉਹ ਛੁਡਾ ਕੇ ਦੇਵਾਂਗੇ। ਤੇ ਇੱਥੇ ਤੇ ਸ਼ਰੇਆਮ ਜਿਹੜੇ 84 ਦੇ ਵਿਚਾਰੇ ਜਿਹੜੇ ਲੋਕ ਆਏ, ਲੁੱਟੇ ਪੁੱਟੇ ਲੋਕ ਆਏ ਨੇ, ਉਹਨਾਂ ਦੇ ਮਕਾਨ ਕਬਜ਼ੇ ਹੋ ਗਏ। ਵੀਰ ਜੀ ਮੈਨੂੰ ਟਾਈਮ ਦਿਓ, ਮੈਂ ਤੁਹਾਨੂੰ ਆ ਕੇ ਮਿਲ ਕੇ ਸਾਰੀ ਗੱਲ ਦੱਸਣਾ ਚਾਹੁੰਦੀ ਹਾਂ। ਪਰ ਉਹਨਾਂ ਨੇ ਮੈਨੂੰ ਕੋਈ ਟਾਈਮ ਨਹੀਂ ਦਿੱਤਾ। ਕਹਿੰਦੇ ਠੀਕ ਆ ਮੈਂ ਕਰਦਾ। ਉਹਨਾਂ ਨੇ ਫੋਨ ਕੱਟ ਦਿੱਤਾ। ਕੋਈ ਗੱਲ ਨਹੀਂ ਹੈਗੀ ਆ, ਇਹਨਾਂ ਦੀ ਲੜਾਈ ਅਸੀਂ ਲੜਾਂਗੇ, ਇਹਨਾਂ ਦੇ ਵਾਰਿਸ ਅਸੀਂ ਹੈਗੇ ਆ। ਜੇ ਅਸੀਂ 39 ਸਾਲਾਂ ਤੋਂ ਪਿੱਛੇ ਨਹੀਂ ਹਟੇ, ਹੁਣ ਵੀ ਪਿੱਛੇ ਨਹੀਂ ਹਟਾਂਗੇ। ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਂਗੇ। ਉਹ ਤੋਂ ਅੱਗੇ ਵੀ ਲੋੜ ਪਈ, ਕੋਰਟ ਵੀ ਹੈਗੇ ਨੇ, ਸਭ ਕੁਝ ਹੈਗੇ ਨੇ। ਮੈਂ ਮੁਹੰਮਦ ਰਫੀਕ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਮੁਹੰਮਦ ਰਫੀਕ ਇੱਕ ਮਕਾਨ ਹੈਗਾ 2845 ਉਹਦੇ ਵਿੱਚ ਇੱਕ ਬਜ਼ੁਰਗ ਲੇਡੀਜ਼ ਹੈਗੀ ਆ ਜਿਹੜੀ ਕੈਂਸਰ 2848 ਜਿਹੜੀ ਕਿ ਕੈਂਸਰ ਦੀ ਪੀੜਤ ਹੈਗੀ ਆ। ਅੱਛਾ ਜੀ। ਉਹ ਮਕਾਨ ਤੇ ਕਬਜ਼ਾ ਹੋ ਗਿਆ ਸੀ। ਇੱਕ ਕੋਈ ਹਰਮਨ ਮੁੰਡਾ ਹੈਗਾ, ਉਹਨੇ ਕਬਜ਼ਾ ਕਰ ਲਿਆ ਸੀਗਾ। ਅੱਛਾ ਜੀ। ਉਹ ਕਬਜ਼ਾ ਖਾਲੀ ਕਰਨ ਵਾਸਤੇ MLA ਸਾਹਿਬ ਯਾਦ ਕਰੋ ਥੋੜਾ ਜਿਹਾ ਕਿ ਤੁਹਾਡੀ ਐਂਬੂਲੈਂਸ ਗਈ ਸੀ ਔਰ ਤੁਹਾਡੇ ਕੋਈ ਪਾਰਟੀ ਦੇ ਜਿਹੜੇ ਅਹੁਦੇਦਾਰ ਸਨ, ਇੱਕ ਬੀਬੀ ਹੈਗੀ ਆ ਪ੍ਰੀਤੀ, ਉਹ ਗਈ ਸੀ। ਦਰਸ਼ਨ ਸਿੰਘ ਦਾ ਮੁੰਡਾ ਹੈਗਾ, ਦਰਸ਼ਨ ਸਿੰਘ ਤਮੀਜਾ ਉਹਨਾਂ ਦਾ ਮੁੰਡਾ ਹੈਗਾ, ਵਿਕਾਸ ਤਲਵਾਰ ਹੈਗਾ, ਇਹ ਸਾਰੇ ਗਏ ਸਨ। ਜਾ ਕੇ ਉਹ ਬੀਬੀ ਨੂੰ ਮਕਾਨ ਦੇ ਵਿੱਚ ਬਿਠਾ ਕੇ ਆਏ। ਤੇ ਅੱਜ MLA ਸਾਹਿਬ ਤੁਹਾਡੇ ਹੀ ਬੰਦੇ ਉੱਠ ਕੇ ਸਾਡੇ ਤੇ ਐਲੀਗੇਸ਼ਨ ਲਗਾ ਰਹੇ ਨੇ ਕਿ ਸਾਡੇ ਗੁੰਡੇ ਆਏ ਤੇ ਇਹ ਤੋਂ ਮਕਾਨ ਖਾਲੀ ਕਰਵਾ ਲਿਆ। ਇੰਨੀ ਗੁੰਡਾਗਰਦੀ ਜਿਹੜੀ ਹੈਗੀ ਆ ਰਫੀਕ ਕਰ ਰਿਹਾ ਹੈਗਾ। ਤੁਸੀਂ ਇਹਨੂੰ ਨੱਥ ਪਾਓ। ਜੇਕਰ ਤੁਸੀਂ ਇਹਨੂੰ ਨੱਥ ਨਹੀਂ ਪਾਓਗੇ ਤੇ ਅਸੀਂ ਹਾਈ ਕੋਰਟ ਵੀ ਜਾਵਾਂਗੇ, ਅਸੀਂ ਸਰਕਾਰਾਂ ਨੂੰ ਵੀ ਜਾ ਕੇ ਮਿਲਾਂਗੇ, ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਅਸੀਂ ਕਾਨੂੰਨ ਨੂੰ ਹੱਥ ਵਿੱਚ ਕਦੀ ਨਹੀਂ ਲਵਾਂਗੇ। ਕਾਨੂੰਨੀ ਕਾਰਵਾਈ ਕਰਕੇ ਮੁਹੰਮਦ ਰਫੀਕ ਦਾ ਜਿਹੜਾ ਚਿਹਰਾ ਨੰਗਾ ਕਰਾਂਗੇ। ਦੇਖੋ ਮੁਹੰਮਦ ਰਫੀਕ ਦੇ ਕੋਲ 4 ਮਕਾਨ ਸਨ। 2 ਮਕਾਨ ਉਹਨੇ ਪਿਛਲੇ ਮਹੀਨੇ ਵਿੱਚ ਸੇਲ ਕਰ ਦਿੱਤੇ। ਇੱਕ ਮਕਾਨ ਦੇ ਵਿੱਚ ਉਹ ਰਹਿ ਰਿਹਾ। ਚੌਥਾ ਮਕਾਨ ਉਹਨੇ ਅਲਾਟ ਕਰਵਾਇਆ। ਜਿਹੜੇ ਮਕਾਨ ਰੈੱਡ ਕਾਰਡ ਤੇ ਉਹਨੇ ਮਕਾਨ ਅਲਾਟ ਕਰਵਾਇਆ, ਰੈੱਡ ਕਾਰਡ ਹੋਲਡਰ ਜਿਹੜਾ ਸੀ ਉਹਦੀ ਡੈਥ ਹੋ ਗਈ। ਉਸ ਤੋਂ ਬਾਅਦ ਜਿਹੜੀ ਉਹਦੀ ਘਰ ਦੀ ਸੀ ਉਹਦੀ ਡੈਥ ਹੋ ਗਈ। ਦੋਨੋਂ ਵਾਰਸ ਮਰ ਗਏ। ਮੁੰਡਾ ਸੀਗਾ, ਮੁੰਡੇ ਦੀ ਵੀ ਡੈਥ ਹੋ ਗਈ। ਉਹ ਮਕਾਨ ਕਿਵੇਂ ਅਲਾਟ ਹੋਇਆ? ਅਸੀਂ ਹੁਣ SCA ਸਾਹਿਬ ਨੂੰ, CA ਸਾਹਿਬ ਨੂੰ ਇਹੀ ਬੇਨਤੀ ਕੀਤੀ ਕਿ ਉਹ ਮਕਾਨ ਕਿਵੇਂ ਅਲਾਟ ਹੋਇਆ? ਕਾਨੂੰਨ ਤੋਂ ਬਾਹਰ ਜਾ ਕੇ ਉਹ ਮਕਾਨ ਅਲਾਟ ਹੋਇਆ। ਸਭ ਤੋਂ ਪਹਿਲੇ ਉਹਦੀ ਅਲਾਟਮੈਂਟ ਕੈਂਸਲ ਹੋਣੀ ਚਾਹੀਦੀ ਆ। ਫਿਰ ਅਗਰ ਉਹਨਾਂ ਨੇ NOC ਜਿਹੜੀ ਅਪਲਾਈ ਕੀਤੀ ਆ, NOC ਤਾਂ ਮਿਲਦੀ ਆ ਜਦੋਂ 5 ਸਾਲ ਹੋ ਜਾਣ। 5 ਸਾਲਾਂ ਤੋਂ ਪਹਿਲੇ ਕੋਈ NOC ਨਹੀਂ ਮਿਲਦੀ। ਕਿਉਂ? ਇਹ ਸਰਕਾਰ ਦਾ ਫੈਸਲਾ ਹੈਗਾ। ਸਾਡੇ ਕੋਲ ਫੈਸਲਿਆਂ ਦੀਆਂ ਕਾਪੀਆਂ ਹੈਗੀਆਂ। ਉਹਨੇ 1.5 ਸਾਲ ਬਾਅਦ NOC ਅਪਲਾਈ ਕਰ ਦਿੱਤੀ। ਔਰ ਜਦੋਂ NOC ਅਪਲਾਈ ਹੋਈ, ਇਹਨਾਂ ਨੇ ਪੇਪਰਾਂ ਵਿੱਚ ਇਸ਼ਤਿਹਾਰ ਦਿੱਤੇ। ਅਸੀਂ ਆ ਕੇ ਇੱਥੇ ਨੋ ਆਬਜੈਕਸ਼ਨ, ਅਸੀਂ ਆਬਜੈਕਸ਼ਨ ਦਿੱਤਾ ਇੱਥੇ ਕਿ ਸਾਨੂੰ ਆਬਜੈਕਸ਼ਨ ਆ, ਇਹ ਮਕਾਨ ਗਲਤ ਅਲਾਟ ਹੋਇਆ। ਹਾਲੀ ਉਹ ਆਬਜੈਕਸ਼ਨ ਜਿਹੜਾ ਕਲੀਅਰ ਨਹੀਂ ਹੋਇਆ ਤੇ ਉਹਨੂੰ ਕਹਿੰਦੇ ਸੀ ਅੱਜ ਜਾਂ ਕੱਲ੍ਹ ਦੇ ਵਿੱਚ NOC ਮਿਲ ਜਾਏਗੀ। ਇਹ ਮੁਹੰਮਦ ਰਫੀਕ ਕਹਿ ਰਿਹਾ ਅੱਜ ਜਾਂ ਕੱਲ੍ਹ ਮੈਨੂੰ NOC ਮਿਲ ਜਾਏਗੀ। ਅਫਸਰ ਮੇਰੇ, ਸਰਕਾਰ ਮੇਰੀ, ਸਭ ਕੁਝ ਮੇਰਾ, ਮਤਲਬ ਸਾਰਾ ਕੁਝ ਕਾਨੂੰਨ ਹੀ ਉਹਦਾ ਹੈਗਾ। ਅਫਸਰਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਹੈਗਾ ਕਿ ਅਸੀਂ ਇਹੋ ਜਿਹੀ ਕੋਈ ਚੀਜ਼ ਨਹੀਂ ਹੋਣ ਦੇਵਾਂਗੇ। ਅਸੀਂ ਇਹਦੀ ਪੂਰੀ ਤਹਿਕੀਕਾਤ ਕਰਾਂਗੇ। ਉਸ ਤੋਂ ਬਾਅਦ ਜਿਹੜਾ ਹੈਗਾ ਅਗਲਾ ਕੁਝ ਕਰਾਂਗੇ। ਅਸੀਂ ਤੁਹਾਨੂੰ ਵਿਸ਼ਵਾਸ ਵੀ ਲੈ ਕੇ ਜਿਹੜੀ ਹੈਗੀ ਆ NOC ਦੀ ਕਾਰਵਾਈ ਕਰਾਂਗੇ। ਅਗਰ ਫਿਰ ਵੀ ਉਸ ਤੋਂ ਉੱਪਰ ਉੱਠ ਕੇ ਦੇਣਗੇ ਤੇ ਮੈਂ ਹਾਈ ਕੋਰਟ ਤੇ ਵੀ ਜਾ ਕੇ ਇਸ ਚੀਜ਼ ਨੂੰ ਚੈਲੰਜ ਕਰੂੰਗੀ। 2016 ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਅਲਾਟਮੈਂਟ ਕੀਤੀ ਗਈ ਸੀ ਨਾ ਫਲੈਟਸ ਦੀ? ਹਾਂਜੀ ਬਿਲਕੁਲ। ਖਾਲੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਲਾਟ ਕੀਤੇ ਗਏ ਸੀਗੇ, ਪਰ ਇਹਦੇ ਜਿਹੜੇ
ਆਰਡਰ ਹੈਗੇ ਇਹ ਹਾਈ ਕੋਰਟ ਨੇ ਦਿੱਤੇ ਦੇ ਆ। ਹਾਈ ਕੋਰਟ ਨੇ ਵੱਲੋਂ ਜਿਹੜਾ ਜਿਹੜਾ ਪੀੜਤ ਪਰਿਵਾਰ ਜਿੱਥੇ ਬੈਠਾ ਉਹਨੂੰ ਇਹ ਮਕਾਨ ਕਾਰਡ ਹੋਲਡਰ ਜਿਹੜਾ ਹੈਗਾ ਹਾਂਜੀ ਹਾਂਜੀ ਇਹ ਉਹਨਾਂ ਨੂੰ ਦਿੱਤੇ ਜਾਣ। ਔਰ ਮੁਹੰਮਦ ਸ਼ਫੀਕ ਤੁਸੀਂ ਕਹਿ ਰਹੇ ਹੋ ਕਿ ਉਹ ਜਿਹੜਾ ਦੰਗਾ ਪੀੜਤ ਨਹੀਂ ਹੈ, ਗਲਤ ਰੈੱਡ ਕਾਰਡ ਦੇ ਉੱਪਰ ਜਿਹੜੀ ਅਲਾਟਮੈਂਟ ਕਰਾਈ ਹੈ ਔਰ ਉਹਨੇ ਐਨਓਸੀ ਅਪਲਾਈ ਕੀਤੀ ਹੈ। ਮੁਹੰਮਦ ਰਫੀਕ ਕੋਈ ਦੰਗਾ ਪੀੜਤ ਤੇ ਚਲੋ ਹੈ ਹੀ ਨਹੀਂ ਆ। ਸਾਨੂੰ ਜਿਹੜੇ ਉੱਥੇ ਦੇ ਲੋਕਲ ਲੋਕ ਵੀ ਬੈਠੇ ਸਾਨੂੰ ਉਹਨਾਂ ਦੇ ਨਾਲ ਵੀ ਕੋਈ ਤਕਲੀਫ ਨਹੀਂ, ਉਹ ਵੀ ਸਾਡੇ ਭੈਣ ਭਰਾ ਹੈਗੇ। ਸਰਕਾਰ ਉਹਨਾਂ ਨੂੰ ਅਲਾਟ ਕਰੇ ਕੁਛ ਕਰੇ ਸਾਨੂੰ ਕੋਈ ਤਕਲੀਫ ਨਹੀਂ। ਸਾਨੂੰ ਤਕਲੀਫ ਹੈਗੀ ਆ ਕਿ ਮੁਹੰਮਦ ਰਫੀਕ ਨਾਲੇ ਤੇ ਮਕਾਨ ਵੇਚੀ ਜਾਂਦਾ, ਨਾਲੇ ਤੇ ਲੁੱਟ ਕੇ ਖਾਈ ਜਾਂਦਾ ਸਰਕਾਰ ਦੀ ਪ੍ਰਾਪਰਟੀ ਨੂੰ, ਨਾਲੇ ਸਾਨੂੰ ਸਾਡੇ ਲੋਕਾਂ ਦੇ ਮਕਾਨਾਂ ਤੇ ਉਹਨੇ ਕਬਜ਼ੇ ਕਰਵਾ ਲਏ। ਸਾਨੂੰ ਆਪਣੇ ਇੱਕ ਤੇ 12 ਮਕਾਨਾਂ ਦੀ ਹੈਗੀ ਆ ਔਰ ਦੂਸਰੀ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਆ ਜਿਹੜਾ ਉਹਦਾ 2899 ਹੈਗਾ ਮੁਹੰਮਦ ਰਫੀਕ ਦਾ 2898 ਮਕਾਨ ਜਿਹੜਾ ਉਹਨੇ ਗਲਤ ਅਲਾਟ ਕਰਵਾਇਆ ਉਹਦਾ ਹੈਗਾ। ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਇੱਥੇ ਆਏ ਹੈਗੇ ਆ। 1984 ਦੇ ਵਿੱਚ ਜੋ ਸਿੱਖ ਦੰਗਾ ਪੀੜਤ ਪਰਿਵਾਰ ਨੇ ਜਿਹੜੇ ਦਿੱਲੀੋਂ ਇੱਥੇ ਆ ਕੇ ਵਸੇ ਸੀ, ਅੱਜ ਉਹ ਗਲਾਡਾ ਦੇ ਵਿੱਚ ਪਹੁੰਚੇ ਸੀ ਔਰ ਜੋ ਪ੍ਰਧਾਨ ਨੇ ਦੰਗਾ ਪੀੜਤ ਵੈਲਫੇਅਰ ਐਸੋਸੀਏਸ਼ਨ ਦੇ, ਉਹਨਾਂ ਦਾ ਕਹਿਣਾ ਹੈ ਕਿ ਮੁਹੰਮਦ ਰਫੀਕ ਨਾਮ ਦਾ ਜੋ ਸ਼ਖਸ ਹੈ ਉਸ ਦੇ ਵੱਲੋਂ ਇਹ ਫਲੈਟਾਂ ਦੇ ਉੱਪਰ ਜਾਲੀ ਲਾਲ ਕਾਰਡ ਲਗਾ ਕੇ ਜਿਹੜਾ ਆਪਣਾ ਫਲੈਟ ਅਲਾਟ ਕਰਵਾਇਆ ਗਿਆ ਔਰ ਉਸ ਤੋਂ ਬਾਅਦ ਇਹ ਫਲੈਟ ਦੀ ਜੋ ਐਨਓਸੀ ਅਪਲਾਈ ਕੀਤੀ ਗਈ ਹੈ ਔਰ 1.5 ਸਾਲ ਦੇ ਸਮੇਂ ਦੇ ਬਾਅਦ ਹੀ ਇਹ ਐਨਓਸੀ ਅਪਲਾਈ ਕੀਤੀ ਗਈ ਹੈ ਜੋ ਕਿ ਕਾਨੂੰਨਨ ਸਹੀ ਨਹੀਂ। ਤੇ ਅੱਜ ਉਸ ਦੇ ਵਿਰੋਧ ਦੇ ਲਈ ਸਾਬਕਾ ਕੇਂਦਰੀ ਮੰਤਰੀ ਹੀਰਾ ਸਿੰਘ ਗਾਬੜੀਆ ਹੋਣਾ ਨਾਲ ਗਲਾਡਾ ਦੇ ਵਿੱਚ ਆਪਣੀ ਜੋ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਪਹੁੰਚੇ ਸੀ। ਸੋ ਸਾਡੇ ਨਾਲ ਮੁਹੰਮਦ ਰਫੀਕ ਜੀ ਮੌਜੂਦ ਨੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਰਫੀਕ ਜੀ ਸਵਾਗਤ ਹੈ ਲੁਧਿਆਣਾ ਲਾਈਵ ਤੇ। ਧੰਨਵਾਦ ਜੀ ਢਿੱਲੋਂ ਸਾਹਿਬ, ਤੁਸੀਂ ਆਪਣਾ ਸਮਾਂ ਕੱਢ ਕੇ ਮੇਰਾ ਪੱਖ ਸੁਣਨ ਆਏ ਹੋ। ਧੰਨਵਾਦ ਜੀ, ਮੈਂ ਧੰਨਵਾਦ। ਵੀ ਤੁਹਾਡੀ ਛੋਟੀ ਜੀ ਕਾਲ ਤੇ ਰੁਕਿਆ ਕੰਮ ਆ, ਦੇਖੋ ਮੈਂ ਜਾ ਰਿਹਾ ਸੀ ਕੰਮ ਗਲਾਡਾ ਵੱਲ ਜਾ ਰਿਹਾ ਸੀ। ਰਫੀਕ ਜੀ ਦੇਖੋ ਇਹ ਢਿੱਲੋਂ ਸਾਹਿਬ ਇਲਜ਼ਾਮ ਲਾਉਣਾ ਬੜਾ ਸੌਖਾ, ਕਿਸੇ ਤੇ ਵੀ ਇਲਜ਼ਾਮ ਲਾਇਆ ਜਾ ਸਕਦਾ ਜੀ, ਲੇਕਿਨ ਉਹਨੂੰ ਸਾਬਤ ਵੀ ਕਰਨਾ ਚਾਹੀਦਾ ਬੰਦੇ ਜਿਹੜਾ ਇਲਜ਼ਾਮ ਨਾਲ ਬੜੀ ਵਾਰ ਇਲਜ਼ਾਮ ਪਹਿਲਾਂ ਵੀ ਲਾ ਚੁੱਕੇ ਨੇ। ਇਹ ਕੀ ਇਲਜ਼ਾਮ ਲਾਏ ਉਹਨਾਂ ਨੇ, ਆਪਾਂ 1 ਬਾਏ 1 ਫਿਰ ਨਾਲ ਤੁਸੀਂ ਉਹਨੂੰ ਜਿਹੜਾ ਕਰੀ ਜਾ ਐਕਸਪਲੇਨ ਜੀ। ਪਹਿਲਾ ਇਲਜ਼ਾਮ ਉਹਨਾਂ ਨੇ ਲਾਇਆ ਕਿ ਤੁਸੀਂ ਦੰਗਾ ਪੀੜਤ ਹੀ ਨਹੀਂ ਹੈਗੇ, ਤੁਸੀਂ ਜਾਲੀ ਲਾਲ ਕਾਰਡ ਆਪਣਾ ਬਣਾ ਕੇ ਔਰ ਇਹ ਫਲੈਟ ਜਿਹੜਾ ਅਲਾਟ ਕਰਵਾਇਆ। ਦੇਖੋ ਜੀ ਬਿਲਕੁਲ ਮੇਰਾ ਨਾਮ ਰਫੀਕ ਮੁਹੰਮਦ ਹੈ, ਮੈਂ ਦੰਗਾ ਪੀੜਤ ਨਹੀਂ ਹੈਗਾ ਜੀ, ਮੈਂ ਆਪ ਕਹਿਣਾ ਸਵੀਕਾਰ ਕਰਦਾ। ਜੇ ਕੋਈ ਮੇਰੇ ਨਾਂ ਦਾ ਦੰਗਾ ਪੀੜਤ ਕਾਰਡ ਬਣਿਆ ਹੋਇਆ, ਮੈਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਖੁਦ ਬੇਨਤੀ ਕਰਦਾ ਵੀ ਸਵੇਰੇ ਮੇਰੇ ਤੇ ਪਰਚਾ ਕਰਨ ਤੇ ਮੈਨੂੰ ਸਲਾਖਾਂ ਦੇ ਅੰਦਰ ਸਿੱਟਣ। ਅੱਛਾ ਜੀ, 420 ਦਾ ਕੇਸ ਬਣਦਾ ਮੇਰੇ ਤੇ ਜੇ ਮੇਰੇ ਨਾਂ ਦਾ ਕੋਈ ਕਾਰਡ ਬਣਿਆ ਹੈਗਾ। ਠੀਕ ਹੈ ਜੀ, ਸਪਸ਼ਟ ਜੀ। ਨੰਬਰ 2 ਤੇ ਜੇ ਕੋਈ ਕਾਰਡ ਕਿਸੇ ਸੱਜਣ ਦਾ ਕੋਈ ਦੰਗਾ ਪੀੜਤ ਪਰਿਵਾਰ ਹੈਗਾ, ਜੇ ਮੈਂ ਉਹਦੇ ਨਾਲ ਗਲਾਡਾ ਜਾ ਕੇ ਤੁਰਦਾ ਜਾਣਾ ਉਹਦਾ ਕੰਮ ਕਰਾਉਣਾ, ਕਿਉਂਕਿ ਉਹ ਮੇਰੇ ਕੋਲ ਆ ਕੇ ਦੁਖੜਾ ਰੋਂਦੇ ਨੇ ਕਿ ਅਸੀਂ ਗਰੀਬ ਬੰਦੇ ਆ, ਜਿਹੜੇ ਪ੍ਰਧਾਨ ਨੇ ਸਾਡੇ ਕੋਲ ਪੈਸੇ ਮੰਗਦੇ ਕਿ ਨਹੀਂ ਮੰਗਦੇ, ਮੈਂ ਕੋਈ ਇਹਦੇ ਕੋਈ ਕੋਲ ਖੜ ਕੇ ਨਹੀਂ ਸੁਣਦਾ, ਲੇਕਿਨ ਉਹਨਾਂ ਦੇ ਕਹਿਣ ਦੀ ਗੱਲ ਹੈ ਮੈਂ ਉਹਨਾਂ ਜਾ ਕੇ ਦਫ਼ਤਰਾਂ 'ਚ ਜਾਂਦਾ, ਲੋਕਾਂ ਦੀ ਸੇਵਾ ਕਰਦਾ। ਪਿਛਲੇ 25-30 ਸਾਲਾਂ ਸ਼ੌਕ ਹੈ ਮੈਨੂੰ ਆਪਣੇ ਕੰਮ ਦੇ ਨਾਲ ਮੈਂ ਸਮਾਜ ਸੇਵਾ ਵੀ ਕਰਦਾ ਤੇ ਮੈਂ ਉਹਨਾਂ ਦਾ ਜਾ ਕੇ ਕੰਮ ਕਰਾ ਦਿੰਦਾ ਜੀ। ਜੇ ਮੈਂ ਕਿਸੇ ਦੇ ਨਾਲ ਅਲਾਟਮੈਂਟ ਕਰਾਤੀ ਵੀ ਮਕਾਨ ਦੰਗਾ ਪੀੜਤ, ਉਹ ਮੇਰੇ ਨਾਲ ਅਲਾਟਮੈਂਟ ਥੋੜੀ ਹੋ ਗਈ, ਉਹ ਤਾਂ ਬੰਦੇ ਦੀ ਅਲਾਟਮੈਂਟ ਹੋ ਗਈ ਹੈ। ਅੱਛਾ, ਠੀਕ ਹੈ ਜੀ। ਇਸ ਕਰਕੇ ਕਹਿਣ ਦਾ ਮਤਲਬ ਕਿ ਜਿਹੜਾ ਫਲੈਟ ਅਲਾਟ ਹੋਇਆ ਉਹ ਦੰਗਾ ਪੀੜਤ ਨੂੰ ਹੀ ਅਲਾਟ ਹੋਇਆ, ਤੁਹਾਡੇ ਨਾਮ ਦਾ ਨਹੀਂ ਹੈਗਾ। ਮੇਰੇ ਨਾਂ ਦਾ ਅਲਾਟ ਹੋ ਹੀ ਨਹੀਂ ਸਕਦਾ ਜੀ, ਮੈਂ ਦੰਗਾ ਪੀੜਤ ਹੈ ਉਹ ਨਹੀਂਗਾ ਜੀ। ਮੈਂ ਤਾਂ ਖੁਦ ਹੀ ਕਹਿ ਰਿਹਾ ਜੀ, ਮਾਨਯੋਗ ਸੀਪੀ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ, ਅਗਰ ਮੇਰੇ ਨਾਂ ਦਾ ਲਾਲ ਕਾਰਡ ਬਣਿਆ ਹੋਇਆ ਤਾਂ ਜਾਲੀ ਹੈ ਤਾਂ ਮੈਨੂੰ ਸਵੇਰੇ ਸਲਾਖਾਂ ਅੰਦਰ ਸਿੱਟਣ ਜੀ। ਮੈਂ ਤਾਂ ਸਪਸ਼ਟ ਕਹਿਣਾ ਜੀ, ਜੇ ਹੁਣ ਕਿਸੇ ਦਾ ਲਾਲ ਕਾਰਡ ਬਣਿਆ ਉਹਦੇ ਲਈ ਮੈਂ ਜਾ ਕੇ ਕਿਸੇ ਦੀ ਅਲਾਟਮੈਂਟ ਕਰਾਤੀ ਹੈ, ਉਹਦੀ ਮਦਦ ਕੀਤੀ ਹੈ, ਉੱਥੇ ਜਾ ਕੇ ਉਹਨੂੰ ਕਾਗਜ਼ ਪੱਤਰ ਭਰੇ ਨੇ, ਫਾਰਮ ਭਰੇ, ਉਹਨੂੰ ਕੰਮ ਅਨਪੜ੍ਹ ਬੰਦੇ ਨੂੰ ਨਹੀਂ ਪਤਾ ਹੁੰਦਾ, ਤਾਂ ਮੇਰੇ ਨਾਲ ਅਲਾਟਮੈਂਟ ਥੋੜੀ ਹੋ ਗਈ, ਉਹ ਤਾਂ ਉਸ ਬੰਦੇ ਨੂੰ ਅਲਾਟਮੈਂਟ ਹੋ ਗਈ ਜਿਹਦਾ ਅਧਿਕਾਰ ਬਣਦਾ। ਕਾਨੂੰਨ ਦੇ ਤਹਿਤ ਹੋਈ ਹੈ ਜੀ, ਪਾਲਿਸੀ ਹੈਗੀ ਦੰਗਾ ਪੀੜਤਾਂ ਦੇ ਲਈ ਬਣੀ ਹੋਈ, ਜਿਹੜੀ ਕਿ ਲਾਲ ਕਾਰਡ ਜਿਹੜੇ ਹੋਲਡਰ ਨੇ, ਆਹ ਲਓ ਜੀ ਆ ਪਾਲਿਸੀ ਪਈ ਹੈ ਸਾਡੇ ਕੋਲ। ਹਾਂਜੀ, ਉਹਨਾਂ ਨੂੰ ਜਿਹੜਾ ਸਰਕਾਰ ਵੱਲੋਂ ਜਿਹੜੇ ਫਲੈਟ ਅਲਾਟ ਹੋਏ ਨੇ, ਬਿਲਕੁਲ ਸਹੀ ਗੱਲ ਹੈ। ਆਹ ਲਓ ਜੀ ਆ ਪਾਲਿਸੀ ਹੈ ਜੀ, ਦੇਖ ਲਓ ਜੀ ਪਾਲਿਸੀ। ਜੀ, ਠੀਕ ਹੈ, ਠੀਕ ਹੈ। ਅੱਛਾ ਚਲੋ ਇਹ ਗੱਲ ਹੋ ਗਈ ਜੀ ਕਿ ਤੁਸੀਂ ਦੰਗਾ ਪੀੜਤ ਨਹੀਂ ਹੋ, ਇਲਜ਼ਾਮ ਜਿਹੜਾ ਉਹਨਾਂ ਦਾ ਤੁਹਾਡੇ ਉੱਪਰ ਹੈਗਾ, ਉਹ ਤੁਸੀਂ ਵੀ ਕਹਿੰਦੇ ਹੋ ਕਿ ਅਗਰ ਲਾਲ ਕਾਰਡ ਮੇਰੇ ਨਾਮ ਦਾ ਪਾਇਆ ਜਾਂਦਾ ਤਾਂ ਮੇਰੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ। ਠੀਕ ਹੈ ਜੀ। ਦੂਸਰਾ ਇਲਜ਼ਾਮ ਇਹ ਹੈ ਕਿ ਕੋਈ ਫਲੈਟ ਹੈ ਜਿਸ ਦੀ ਤੁਸੀਂ ਐਨਓਸੀ ਅਪਲਾਈ ਕੀਤੀ ਹੈ, ਕੋਈ ਕੀਤੀ ਹੈ ਐਨਓਸੀ ਅਪਲਾਈ? ਹਾਂਜੀ ਬਿਲਕੁਲ ਐਨਓਸੀ ਨਹੀਂ ਹੈਗੀ ਜੀ, ਇਹ ਮੇਰੇ ਦੋਸਤ ਸੀਗੇ ਜਿਨ੍ਹਾਂ ਦੀ ਮੈਂ ਗੱਲ ਕਰਦਾ ਸੀਗਾ, ਉਹ ਜਾਂਦੇ ਹੋਏ ਮੇਰੀ ਮਿੱਤਰ ਸੀ, ਬਹੁਤ ਹੀ ਉਹਨਾਂ ਦੀ ਮੈਂ ਮਦਦ ਕੀਤੀ ਹੈ, ਸੇਵਾ ਕੀਤੀ ਹੈ, ਬਿਮਾਰ ਸੀ ਬਹੁਤ, ਉਹਨਾਂ ਦਾ ਗੂੰ ਮੂਤ ਕੀਤਾ ਜੀ ਮੈਂ। ਉਹ ਜਾਂਦੇ ਹੋਏ ਉਹਦੀ ਏਵਜ਼ ਦੇ ਵਿੱਚ ਮੇਰੇ ਨਾਂ ਰਜਿਸਟਰਡ ਬਿੱਲ ਕਰਾ ਕੇ ਗਏ ਨੇ ਜੀ।
ਜਿਹੜੀ ਕਾਨੂੰਨ ਦੇ ਤਹਿਤ ਰਜਿਸਟਰਡ ਆ, ਵੈਰੀਫਾਈਡ ਆ, ਉਹਦੀ ਜਦੋਂ ਡੈਥ ਤੋਂ ਬਾਅਦ ਹੈ ਗਲਾਡੇ ਦੇ ਕਾਨੂੰਨ ਦੇ ਮੁਤਾਬਕ ਤੁਸੀਂ ਉਹ ਜਿਹੜਾ ਮਤਲਬ ਬਿੱਲ ਦਾ ਬੈਨੀਫੀਸ਼ੀਅਰੀ ਹੈ, ਜਿਹੜੀ ਬਿੱਲ ਬਣੀ ਆ, ਉਹਨੂੰ ਅਪਲਾਈ ਕਰਨ, ਉਹਦੀ ਟ੍ਰਾਂਸਫਰ ਕਰਨ ਵਾਸਤੇ ਐਪਲੀਕੇਸ਼ਨ ਲਾ ਸਕਦਾ। ਸੋ ਮੈਂ ਲਾਈ ਹੋਈ ਆ। ਗਲਾਡਾ ਨੇ ਉਹਦੇ ਪਬਲੀਕੇਸ਼ਨ ਦਿੱਤੀ ਆ, ਨੋ ਓਬਜੈਕਸ਼ਨ, ਕੋਈ ਓਬਜੈਕਸ਼ਨ ਨਹੀਂ ਹੈ। ਜੇ ਕੋਈ ਓਬਜੈਕਸ਼ਨ ਆਇਆ ਤਾਂ ਉਹ ਗਲਾਡਾ ਦੇਖ ਰਿਹਾ ਹੋਊਗਾ ਜੀ, ਠੀਕ ਹੈ ਨਾ, ਉਹ ਤਾਂ ਗਲਾਡਾ ਦਾ ਕੰਮ ਹੈ। ਉਹਦਾ ਵੀ ਕਹਿਣਾ ਕਿ ਸਾਨੂੰ ਵੀ ਉਦੋਂ ਹੀ ਪਤਾ ਲੱਗਿਆ ਕਿ ਮੁਹੰਮਦ ਰਫੀਕ ਵੱਲੋਂ ਐਨਓਸੀ ਅਪਲਾਈ ਕੀਤੀ ਹੈ ਜਦੋਂ ਗਲਾਡਾ ਵੱਲੋਂ ਇਸ਼ਤਿਹਾਰ ਦਿੱਤਾ ਗਿਆ। ਜੱਗ ਜ਼ਾਹਰ ਹੈ ਜੀ, ਐਨਓਸੀ ਨਹੀਂ ਜੀ, ਮੈਂ ਟ੍ਰਾਂਸਫਰ ਆਪਣੇ ਨਾਂ ਕਰਾਉਣ ਲਈ ਲਾਈ ਹੋਈ ਹੈ, ਮੈਂ ਗਲਤ ਬਿਆਨਬਾਜ਼ੀ ਕਰੀ ਨਹੀਂ, ਮੈਂ ਰਜਿਸਟਰਡ ਬਿੱਲ ਆ, ਵੈਰੀਫਾਈ ਕੀਤੀ ਹੋਈ। ਉਹਨਾਂ ਵੱਲੋਂ ਐਨਓਸੀ ਕਹੀ ਜਾ ਰਹੀ ਹੈ, ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਪਹਿਲਾਂ ਕਿਸੇ ਦੰਗਾ ਪੀੜਤ ਨੂੰ ਜੋ ਫਲੈਟ ਅਲਾਟ ਹੋਇਆ ਸੀ ਐਨਓਸੀ ਤਾਂ ਤੁਸੀਂ ਜਿਹੜੀ ਗਲਾਡਾ ਤੋਂ ਲੈਣੀ, ਜਦੋਂ ਤੁਸੀਂ ਪੂਰੀ ਪੇਮੈਂਟ ਕਰ ਦਿੱਤੀ ਉਦੋਂ ਹੀ ਤੁਸੀਂ ਲੈ ਸਕਦੇ ਹੋ ਜੀ, ਉਹਦੀ ਕੋਈ ਲਿਮਿਟ ਨਹੀਂ, ਕੋਈ ਪੀਰੀਅਡ ਨਹੀਂ। ਹਾਂ 5 ਸਾਲ ਦਾ ਪੀਰੀਅਡ ਆ, ਨਾ ਤਾਂ ਇਹ ਅੱਗੇ ਮਕਾਨ ਵਿਕ ਰਿਹਾ ਤੇ ਨਾ ਇਹ ਉਹ 'ਚ ਕੋਈ ਹੋਰ ਹੋ ਰਿਹਾ। ਇਹ ਟ੍ਰਾਂਸਫਰ ਡੈਥ ਕੇਸ 'ਚ ਹੋ ਰਿਹਾ, ਡੈਥ ਕੇਸ 'ਚ ਐਸੀ ਕੋਈ ਲਿਮਿਟ ਨਹੀਂ ਹੈਗੀ। ਅਗਰ ਹੋਏਗੀ ਤਾਂ ਗਲਾਡਾ ਨੂੰ ਰੋਕ ਕੇ ਰੱਖੇਗਾ ਜੀ। ਮੈਂ ਤਾਂ ਕਹਿਣ ਦਾ ਮਤਲਬ ਹੈ ਕਿ ਜੋ ਦੰਗਾ ਪੀੜਤ ਪਰਿਵਾਰ ਨੂੰ ਸਰਕਾਰ ਵੱਲੋਂ ਫਲੈਟ ਅਲਾਟ ਹੋਇਆ ਸੀ, ਉਹ ਜਾਂਦੇ ਜਾਂਦੇ ਉਹਦੀ ਜਿਹੜੀ ਵਸੀਅਤ ਆ ਤੁਹਾਡੇ ਨਾਮ ਕਰਕੇ, ਔਰ ਹੁਣ ਉਹਦੀ ਮਾਲਕੀਅਤ ਤੁਸੀਂ ਆਪਣੇ ਨਾਂ ਕਰਾਉਣ ਦੇ ਲਈ ਗਲਾਡਾ ਦੇ ਵਿੱਚ ਐਪਲੀਕੇਸ਼ਨ ਦਿੱਤੀ। ਕਾਨੂੰਨੀ ਤੌਰ ਤੇ ਜਾਇਜ਼ ਹੈਗੀ ਆ। ਅੱਛਾ, ਤੇ ਉਹਦੇ ਲਈ ਉਹਦੇ ਏਵਜ ਦੇ ਵਿੱਚ ਗਲਾਡਾ ਨੇ ਇਸ਼ਤਿਹਾਰ ਕੱਢਿਆ ਵੀ ਅਗਰ ਕਿਸੇ ਨੂੰ ਇਸ ਨੰਬਰ ਤੋਂ, ਕਿੰਨਾ ਫਲੈਟ ਨੰਬਰ ਆ? 2898 ਜੀ, 2898 ਫਲੈਟ ਨੰਬਰ ਤੋਂ ਕਿਸੇ ਨੂੰ ਅਗਰ ਕੋਈ ਦਿੱਕਤ ਆ ਤਾਂ ਗਲਾਡਾ ਨਾਲ ਸੰਪਰਕ ਕਰੇ। ਉਹਦੇ ਏਵਜ ਦੇ ਵਿੱਚ ਹੀ ਜਿਹੜਾ ਇਹਨਾਂ ਵੱਲੋਂ ਜਿਹੜੇ ਦੰਗਾ ਪੀੜਤ ਪਰਿਵਾਰ ਨੇ ਉਹਨਾਂ ਵੱਲੋਂ ਜਿਹੜਾ ਗਲਾਡਾ ਦੇ ਵਿੱਚ ਪਹੁੰਚ ਕੀਤੀ। ਦੇਖੋ ਜੀ, ਇਹ ਸਾਰਾ ਇੱਕ ਨਾ ਇੱਕ ਪ੍ਰੋਬਲਮ ਹੋਰ ਹੈ ਜੀ। ਇਹ ਕੋਈ ਮਕਾਨ ਦੀ ਤਾਂ ਹੁਣ ਇੱਕ ਸਟੋਰੀ ਬਣਾ ਕੇ ਇੱਕ ਜੈਨੂਨ ਕੇਸ ਨੂੰ ਇੱਕ ਉਹਨੂੰ ਉਲਝਾਉਣ ਦੀ ਇੱਕ ਉਹਦਾ ਗਲਤ ਪੱਖ ਪੇਸ਼ ਕਰਦੇ ਨੇ, ਤੇ ਉਹ ਅਸਲੀਅਤ ਜਦ ਕਿ ਇਹ ਹੈਗੀ ਆ, ਮੈਂ ਦੱਸ ਰਿਹਾ, ਮੈਂ ਤਾਂ ਕਹਿੰਦਾ ਕਾਗਜ਼ ਗਲਾਡਾ ਕੋਲੇ ਪਏ ਨੇ, ਮੇਰੇ ਹੱਥੀਂ ਲਾਏ ਹੋਏ ਨੇ, ਆਨਲੋਡ ਕੀਤੇ ਨੇ, ਵੈਰੀਫਾਈ ਹੋ ਰਹੇ ਨੇ, ਕਰ ਲਵੇ ਗੌਰਮੈਂਟ, ਕਰ ਲਵੇ ਸਿਰ, ਗਲਾਡਾ ਕਰੀ ਜਾਂਦੀ ਉਹਨੂੰ ਬਈ। ਅਸਲੀ ਤਾਂ ਇਹਨਾਂ ਦੀ ਦੁੱਖ ਦੀ ਜੜ ਇਹ ਹੈਗੀ ਆ ਜੀ, ਆਹ 12 ਮਕਾਨਾਂ ਦੀ ਜੜ ਹੈਗੀ ਆ ਜੀ। ਇਹ ਵੀ ਗੱਲ ਕਰਦੇ ਨੇ ਆ ਇਹਨਾਂ ਨੇ ਜੀ 2016 ਦੇ ਵਿੱਚ ਕਿਸੇ, ਕਿਉਂਕਿ ਪ੍ਰਧਾਨ ਨੇ ਦੰਗਾ ਪੀੜਤ ਜਿਹੜੇ ਪਰਿਵਾਰ ਨੇ ਇਹਨਾਂ ਕੋਲ ਕਾਰਡ ਵਗੈਰਾ ਰੱਖ ਜਾਂਦੇ ਨੇ, ਕਈ ਭੁੱਲ ਗਏ ਹੋਣਗੇ ਜਾਂ ਨਹੀਂ ਪਤਾ, ਜਾਂ ਕਿਸੇ ਨੂੰ ਕੋਈ ਭਰੋਸਾ ਦੇ ਕੇ ਲਏ ਹੋਣਗੇ ਜੀ, ਕੋਈ ਬਟਾਲੇ ਦਾ, ਕੋਈ ਗੁਰਦਾਸਪੁਰ ਦਾ ਜੀ, ਕੋਈ ਜਗਰਾਉਂ ਸਾਈਡ ਦਾ ਜੀ, ਕੋਈ ਕਿਤੇ ਦਾ। ਉਹ 12 ਮਕਾਨ ਜੀ ਡਿਫਰੈਂਟ ਨਾਮਾਂ ਦੇ ਉੱਤੇ ਇਹਨਾਂ ਨੇ ਜੀ ਲਵਾ ਲਏ ਨੇ, ਅਲਾਟਮੈਂਟ ਕਰਾ ਲਈ। 2016 'ਚ ਅਲਾਟਮੈਂਟ ਕਰਾ ਕੇ ਚੁੱਪ ਰਹੇ। ਇੱਥੇ 370 ਪਰਿਵਾਰ ਕਬਜ਼ੇ ਦੇ ਆਧਾਰ ਤੇ ਬੈਠੇ, ਜਿਨ੍ਹਾਂ ਦੀ ਫਾਈਲ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਪਾਸ ਹੋ ਕੇ ਗਲਾਡਾ ਕੋਲ ਪਈ ਹੈ, ਜਿਹਦੀ ਕੀਮਤਾਂ ਪੈ ਚੁੱਕੀਆਂ ਨੇ, ਸਿਰਫ ਅਲਾਟਮੈਂਟਾਂ ਹੋਣੀਆਂ ਬਾਕੀ ਨੇ। ਗੌਰਮੈਂਟ ਔਰ ਗਲਾਡਾ ਉਹਨਾਂ 'ਤੇ ਕੰਮ ਕਰ ਰਹੀ ਹੈ। ਅਸੀਂ ਡੇਲੀ ਉਹਦੇ ਪੈਰਵਾਈ ਕਰ ਰਹੇ ਹਾਂ। ਜੋ ਰਿਜ਼ਲਟ ਆਏਗਾ ਅਸੀਂ ਉਹਨੂੰ ਸਵੀਕਾਰ ਕਰਨ ਨੂੰ ਤਿਆਰ ਹਾਂ। ਠੀਕ ਹੈ ਜੀ। ਉਹ 12 ਮਕਾਨਾਂ ਦੇ ਵਿੱਚ ਹੁਣ ਬੰਦੇ ਬੈਠੇ ਨੇ, ਕੋਈ 20 ਸਾਲ ਦਾ ਬੈਠਾ, ਕੋਈ 15 ਸਾਲ ਦਾ ਬੈਠਾ। ਇਹਨਾਂ ਨੇ ਜੀ ਆਲ ਆਫ ਸਡਨ 2021 'ਚ ਜਾ ਕੇ ਆਪਣਾ ਫੰਡ ਖੜਾ ਕਰ ਲਿਆ ਕਿ ਇਹ ਮਕਾਨ ਖਾਲੀ ਕਰੋ, ਸਾਡੇ ਤਾਲੇ ਤੋੜ ਕੇ ਬਣ ਗਏ। ਮੈਂ ਤੁਹਾਨੂੰ ਮੀਡੀਆ ਰਾਹੀਂ ਅਫਸਰਾਂ ਸਾਹਿਬਾਨ ਨੂੰ, ਗਲਾਡਾ ਨੂੰ ਜਾਂ ਹੋਰ ਜਿਹੜੇ ਕੰਸਰਨ ਅਫੀਸਰ ਨੂੰ ਪੁੱਛਣਾ ਚਾਹੂੰਗਾ, ਸ਼ਾਸਨ ਪ੍ਰਸ਼ਾਸਨ ਨੂੰ ਪੁੱਛਣਾ ਚਾਹੂੰਗਾ ਕਿ ਇੱਕ ਮਕਾਨ ਕਿਤੇ ਟੁੱਟ ਜਾਵੇ, ਤਾਲਾ ਟੁੱਟ ਜਾਵੇ ਕਿਸੇ ਮਕਾਨ ਦਾ, ਸਾਡੇ ਲੁਧਿਆਣੇ ਦੀ ਪੁਲਿਸ ਇੰਨੀ ਕਾਬਲ ਹੈ, ਇੰਨੀ ਕੁ ਮਤਲਬ ਹਰ ਕੰਮ ਕਰਨ ਦੇ ਵਿੱਚ ਪੂਰਨ ਸਮਰੱਥ ਹੈ ਵੀ ਉਹ ਤਾਲਾ ਟੁੱਟ ਜਾਊ ਔਰ ਬੰਦਾ ਬਖਸ਼ਿਆ ਜਾਊਗਾ। ਇਹ ਇਕੱਠੇ ਇੱਕ ਨਹੀਂ ਟੁੱਟਿਆ, 2 ਨਹੀਂ ਟੁੱਟੇ, 4 ਨਹੀਂ, 12 ਮਕਾਨ ਟੁੱਟ ਗਏ ਤੇ ਉਹ ਬੰਦੇ ਗਏ ਕਿਤੇ। ਜਦ ਗਲਾਡਾ ਦੀ ਕੰਡੀਸ਼ਨ ਕੀ ਆ ਕਿ ਬੰਦਾ ਪਾਲਿਸੀ ਹੈ ਜੀ, ਮੇਰੇ ਪਹਿਲਾਂ ਵੀ ਦਿਖਾਈ ਆ, ਹੁਣ ਫੇਰ ਦਿਖਾ ਦੇ। ਪਾਲਿਸੀ ਹੈਗੀ ਜੀ, ਆਹ ਪਈ ਹੈ ਜੀ ਪਾਲਿਸੀ, ਤੇ ਇਹਦੇ 'ਚ ਪਾਲਿਸੀ ਦੇ ਵਿੱਚ ਇਹ ਕਲੀਅਰ ਕੱਟ ਲਿਖਿਆ ਹੋਇਆ ਵੀ ਜਿਹੜਾ ਦੰਗਾ ਪੀੜਤ ਆ, ਇਸ ਕਲੋਨੀ ਵਾਸਤੇ ਪਾਲਿਸੀ ਆ, ਉਹ ਕਾਬਜ਼ ਹੋਣਾ ਚਾਹੀਦਾ ਇੱਥੇ। ਜੋ ਕਾਬਜ਼ ਸੀਗੇ ਫਿਰ ਗਏ ਕਿੱਥੇ ਜੀ? ਠੀਕ ਹੈ ਨਾ। ਜੇ ਗਏ ਨੇ ਤੇ 1 ਮਹੀਨੇ ਤੋਂ ਬਾਅਦ ਉਹ ਖਾਲੀ ਛੱਡ ਕੇ ਜਾਂ ਤਾਂ ਵੀ ਉਹਨਾਂ ਦਾ ਆਟੋਮੈਟਿਕਲੀ ਕੈਂਸਲ ਹੁੰਦਾ, ਪਰ ਉਹ ਰਹੀ ਨਹੀਂ ਇੱਥੇ 1 ਦਿਨ ਦਾ ਪ੍ਰੂਫ ਦੇਣ ਦਾ। ਉਹ ਬੰਦੇ ਤੇ ਜਾ ਕੇ ਮਿਲਿਆ ਸੀ, ਗੁਰਦਾਸਪੁਰ ਮਿਲ ਕੇ ਆਇਆ ਜੀ ਬੰਦੇ ਨੂੰ, ਮੈਂ ਖੁਦ ਮਿਲ ਕੇ ਆਇਆ। ਇੱਕ ਬੀਬੀ ਹੈਗੀ ਆ ਆਪਣੇ ਜਗਰਾਉਂ ਸਾਈਡ ਦੀ, ਉਹ ਕਹਿੰਦੀ ਵੀ ਪੁੱਤ ਸਾਨੂੰ ਤਾਂ ਪਤਾ ਹੀ ਕੁਛ ਨਹੀਂ ਵੀ ਇਹ ਕੀ ਕੀਤਾ ਹੋਇਆ, ਸਾਨੂੰ ਤਾਂ ਪਤਾ ਹੀ ਨਹੀਂ। ਇਹ ਤੁਸੀਂ ਇੱਕ ਵੱਡਾ ਜਿਹੜਾ ਇੱਕ ਵੱਡਾ ਜਿਹੜਾ ਤੁਸੀਂ ਸਵਾਲ ਖੜਾ ਕਰ ਦਿੱਤਾ। ਹੁਣ ਤੁਹਾਡੇ ਕਹਿਣ ਦਾ ਮਤਲਬ ਕਿ ਜਿਹੜੇ ਇਹ ਪ੍ਰਧਾਨ ਨੇ ਦੰਗਾ ਪੀੜਤ ਐਸੋਸੀਏਸ਼ਨ ਦੇ, ਉਹਨਾਂ ਵੱਲੋਂ ਲਾਲ ਕਾਰਡ ਲਗਾ ਕੇ ਫਲੈਟ ਜਿਹੜੇ ਅਲਾਟ ਕਰਵਾ ਲਿੱਤੇ ਗਏ, ਉਸ ਤੋਂ ਬਾਅਦ ਆਪਣੀ ਮਾਲਕੀਅਤ ਜਿਹੜੀ ਉਹਨਾਂ ਨੇ ਰੱਖੀ। ਹੁਣ ਮੈਂ ਤੁਹਾਡੇ ਮੀਡੀਆ ਰਾਹੀਂ ਇੱਕ ਪ੍ਰਸ਼ਾਸਨ ਨੂੰ ਹੋਰ ਵੀ ਗੱਲ ਸਾਹਮਣੇ ਲੈ ਕੇ, ਜਿਹੜੇ ਮੇਰੇ ਖਾਸ ਕਰਕੇ ਦੰਗਾ ਪੀੜਤ ਭਰਾ ਨੇ ਜਿਨ੍ਹਾਂ ਨੂੰ ਇਹ ਯੂਜ਼ ਕਰ ਰਹੇ ਨੇ, ਜਿਹੜੇ ਗਰੀਬ ਪਰਿਵਾਰਾਂ ਦੀ ਇਹਨਾਂ ਦੀ ਕੰਧਿਆਂ 'ਤੇ ਬੰਦੂਖਾਂ ਰੱਖ ਕੇ ਆਪਣੇ ਕਰੋੜਪਤੀ ਬਣੇ ਬੈਠੇ ਨੇ। ਆਹ ਦੇਖੋ ਜੀ, ਇਹਨਾਂ ਦੇ ਆਹ ਪਹਿਲਾ 2911 ਨੰਬਰ ਮਕਾਨ ਹੈਗਾ, ਠੀਕ ਹੈ ਜੀ। ਇਹ ਅਲਾਟਮੈਂਟ ਹੋਈ ਹਰਜਿੰਦਰ ਸਿੰਘ ਪੁੱਤਰ ਕਿਸ਼ਨ ਸਿੰਘ ਨੇ, ਪਤਾ ਨਹੀਂ ਕਿਤੇ। ਇਹ ਟ੍ਰਾਂਸਫਰ ਹੋ ਰਿਹਾ ਸਿਮਰਜੀਤ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਮਕਾਨ। ਇਹ ਮੈਨੂੰ ਲੱਗਦਾ ਵੀ ਸਰਜੀਤ ਸਿੰਘ ਦਾ ਬੇਟਾ, ਉਹਦੀ ਨੂੰਹ ਹੈ।
ਉਹਦੇ ਨਾਲ ਟ੍ਰਾਂਸਫਰ ਹੋ ਗਿਆ। ਆ ਗੁਰਦੀਪ ਕੌਰ ਦੀ ਬੇਟੀ ਦੇ ਨਾਲ ਗੁਰਦੀਪ ਕੌਰ ਦੇ ਬੇਟੇ ਦੇ ਨਾਲ ਟ੍ਰਾਂਸਫਰ ਹੋ ਗਿਆ। ਕਹਿਣ ਦਾ ਮਤਲਬ ਜਿੰਨੇ ਹੀ ਮਕਾਨ ਨੇ ਫਿਰ ਇਹ ਸਰਜੀਤ ਸਿੰਘ ਗੁਰਦੀਪ ਕੌਰ ਦੇ ਪਰਿਵਾਰ ਨੂੰ ਕਿਉਂ ਟ੍ਰਾਂਸਫਰ ਹੋ ਰਹੇ ਨੇ ਜੀ? ਜੇ ਅਗਰ ਇਹ ਦੰਗਾ ਪੀੜਤਾਂ ਦੇ ਨੇ, ਉਹ ਦੰਗਾ ਪੀੜਤਾਂ ਲੈਣ। ਔਰ ਬੀਬੀ ਗੁਰਦੀਪ ਕੌਰ ਪੂਰੇ 6 ਮਕਾਨ ਇਕੱਠੇ ਹੀ ਨੇ, 7ਵਾਂ ਸਾਹਮਣੇ ਆ ਜਿਹਦੇ ਕਬਜ਼ਾ ਕਰੀ ਬੈਠੇ ਰਹਿائش ਹੈ। 6 ਮਕਾਨ ਨੇ, 2933 34 ਜਿਹੜੇ ਸਾਰੇ ਇਕੱਠੇ ਗਿਣ ਲਓ, ਹੁਣ ਚੈੱਕ ਕਰ ਲਓ ਜੀ, ਪ੍ਰਸ਼ਾਸਨ ਆ ਕੇ ਚੈੱਕ ਕਰ ਲਵੇ, ਉਹ ਦੱਸੇ ਵੀ ਕਿਹੜੇ ਦੰਗਾ ਪੀੜਤਾਂ ਦਾ ਹੱਕ ਮਾਰੀ ਬੈਠੀ ਆ ਇਹ। ਦੱਸਣ ਬੀਬੀ ਜੀ ਆਪ ਦੱਸਣ ਆ ਕੇ, ਜਦ ਦੇਣ ਵਿਚਾਰੇ ਗਰੀਬ ਜਿਹੜੇ ਨਹੀਂ, ਮੈਂ ਲੈ ਕੇ ਉਹਨੂੰ ਸਿਗਲੀਗਰ ਜਿਹੜੇ ਵਿਚਾਰੇ ਬੈਠੇ ਸਿੱਖ ਬੁਰੇ ਹਾਲਾਂ ਦੇ ਵਿੱਚ। ਉਹ ਕਹਿੰਦੇ ਨੇ ਕਿ ਵਿਧਾਇਕ ਸਰਦਾਰ ਕੁਲਵੰਤ ਸਿੰਘ ਸਿੱਧੂ ਹੋਣਾ ਦੀ ਤੁਹਾਨੂੰ ਸ਼ਹਿ ਹੈਗੀ ਹੈ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ। ਮਾਨਯੋਗ ਸਰਦਾਰ ਹੀਰਾ ਸਿੰਘ ਗਾਬੜੀਆ ਜੀ ਇਹਨਾਂ ਨਾਲ ਗਏ ਨੇ, ਮੈਂ ਤਾਂ ਨਹੀਂ ਮੰਨਦਾ ਵੀ ਉਹਨਾਂ ਨੂੰ ਸ਼ਹਿ ਹੈਗੀ ਆ। ਉਹ ਲੀਡਰ ਨੇ ਇਲਾਕੇ ਦੇ ਜੇ। ਜਦੋਂ ਕੋਈ ਬੰਦਾ ਉਹਨਾਂ ਕੋਲ ਆਪਣਾ ਦੁੱਖ ਆਪਣਾ ਪੱਖ ਰੱਖਦਾ ਹੈ, ਇੱਕ ਲੀਡਰ ਦਾ ਜਿਹੜਾ ਇਮਾਨਦਾਰ ਸਾਫ਼ ਸੁਥਰੀ ਇਮੇਜ ਦਾ ਲੀਡਰ ਹੁੰਦਾ, ਉਹਦਾ ਫਰਜ਼ ਬਣ ਜਾਂਦਾ ਵੀ ਨਾਲ ਤੁਰਾਂ ਮੈਂ ਇਹਨਾਂ ਦਾ, ਗੱਲ ਸੁਣਾ। ਅਸੀਂ ਵੀ ਸ਼ਾਮੀ ਜਾਵਾਂਗੇ। ਗਾਬੜੀਆ ਸਾਹਿਬ ਨੂੰ ਸਾਨੂੰ ਬੜਾ ਪਿਆਰ ਹੈ, ਗਾਬੜੀਆ ਸਾਹਿਬ ਨਾਲ ਬੜੇ ਸਤਿਕਾਰਯੋਗ ਨੇ ਮੇਰੇ ਲਈ। ਮੈਂ ਜਾਵਾਂਗਾ, ਉਹਨੂੰ ਪੱਖ ਰੱਖ ਕੇ ਆਊਂਗਾ, ਦਿਖਾਊਂਗਾ ਸਾਰਾ ਕੁਝ। ਇਸ ਮਸਲੇ ਤੇ ਗਾਬੜੀਆ ਸਾਹਿਬ ਨੂੰ ਮੈਂ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕੌਣ ਸਪੋਰਟ ਕਰਦਾ ਕੌਣ ਨਹੀਂ, ਮੈਨੂੰ ਨਹੀਂ ਕਹਿੰਦੇ ਇਸ ਬਾਰੇ ਕੋਈ ਗੱਲ ਹੋਈ। ਨਹੀਂ ਕੋਈ ਸਪੋਰਟ ਨਹੀਂ ਕਰਦਾ। ਦੇਖੋ ਹਲਕੇ ਦੇ ਉਹ ਮੌਜੂਦਾ ਐਮਐਲਏ ਨੇ, ਅਸੀਂ ਇਸ ਹਲਕੇ ਦੀ ਜਨਤਾ ਹੈ ਜੀ। ਸਾਨੂੰ ਕੋਈ ਦੁੱਖ ਹੋਊਗਾ ਅਸੀਂ ਸਭ ਤੋਂ ਪਹਿਲਾਂ ਆਪਣੇ ਐਮਐਲਏ ਕੋਲ ਜਾਵਾਂਗੇ। ਐਮਐਲਏ ਜਿਹੜਾ ਮਰਜ਼ੀ ਪਾਰਟੀ ਦਾ ਹੋਵੇ, ਜਿਹੜਾ ਮੌਜੂਦਾ, ਉਹਦੇ ਕੋਲ ਜਾਣਾ ਪੈਂਦਾ ਜੀ। ਅਸੀਂ ਕੋਈ ਧਿਰ ਤਾਂ ਹੈ ਨਹੀਂ ਕਿ ਨਾ ਕੋਈ ਪੋਲੀਟੀਕਲ ਬੰਦੇ ਆ ਵੀ ਨਹੀਂ ਅਸੀਂ ਹੁਣ ਅੱਜ ਇਹਦੇ ਨਾਲ ਜੁੜੇ ਆ ਉਹਦੇ ਨਾਲ ਜੁੜੇ ਨਾ। ਸਾਡਾ ਤਾਂ ਜੀ ਮੁੱਦਾ, ਸਾਨੂੰ ਜਿਹੜੀ ਮੌਜੂਦਾ ਸਰਕਾਰ ਹੋਊਗੀ, ਸਾਡੇ ਜਿੰਨੇ ਵੀ ਲੋਕ ਨੇ, ਮੇਰੇ 370 ਪਰਿਵਾਰ ਨੇ, ਆ 12 ਪਰਿਵਾਰ ਆ ਇਹਨਾਂ ਦਾ ਜਿਹੜੀ ਫਲਾਈਟ ਹੈ, ਉਹਦੇ ਵਿੱਚ ਅਸੀਂ ਉਹਨਾਂ ਦੀ ਪੈਰਵਾਈ ਕਰਦੇ ਹਾਂ। ਅਸੀਂ ਜਿਹੜਾ ਮੌਜੂਦਾ ਐਮਐਲਏ ਹੋਊਗਾ, ਅਸੀਂ ਗਾਬੜੀਆ ਸਾਹਿਬ ਕੋਲ ਵੀ ਜਾਂਦੇ ਰਹੇ ਹਾਂ ਇਹੀ ਮੁੱਦੇ ਨੂੰ ਲੈ ਕੇ, ਅਸੀਂ ਬੈਂਸ ਸਾਹਿਬ ਕੋਲ ਵੀ ਜਾਂਦੇ ਰਹੇ। ਹਾਲਾਂਕਿ ਇਸ ਮੈਂ ਇੱਕ ਇੱਥੇ ਤੁਹਾਨੂੰ ਐਡ ਕਰਦਾ ਕਿ ਇਸ ਮੁੱਦੇ ਦੀ ਜਾਨ ਆ ਜਿਹੜੀ ਬੈਂਸ ਸਾਹਿਬ ਨੇ ਪਾਈ ਹੋਈ ਸੀਗੀ। ਜਦੋਂ ਸਭ ਤੋਂ ਪਹਿਲਾਂ ਸੀਐਮ ਸਾਹਿਬ ਕੋਲ ਲੈ ਸਾਨੂੰ ਬੈਂਸ ਸਾਹਿਬ ਲੈ ਗਏ ਨੇ, ਉਸ ਤੋਂ ਬਾਅਦ ਗਾਬੜੀਆ ਸਾਹਿਬ ਨੇ ਬੜੀ ਮਦਦ ਕੀਤੀ ਹੈ। ਹੁਣ ਕੁਲਵੰਤ ਸਿੰਘ ਸਿੱਧੂ ਸਾਡੇ ਮੁੱਦੇ ਗਰੀਬ ਪਰਿਵਾਰ ਨੇ, ਇਹਨਾਂ ਦੇ ਉਹ ਦੰਗਾ ਪੀੜਤਾਂ ਦੇ ਖਿਲਾਫ ਥੋੜੀ ਨੇ। ਉਹ ਇਹ ਥੋੜੀ ਕਹਿੰਦੇ ਨੇ ਵੀ ਤੁਸੀਂ ਦੰਗਾ ਪੀੜਤਾਂ ਦਾ ਮਕਾਨ ਖਾਲੀ ਕਰਾ ਕੇ ਉਹ ਤਾਂ ਕਹਿੰਦੇ ਵੀ ਜਿਹੜੇ ਕਬਜ਼ਾ ਕਰੇ ਉਹਨਾਂ ਦੀ ਕੋਸ਼ਿਸ਼ ਹੈ ਵੀ ਮੈਂ ਇਹਨਾਂ ਨੂੰ ਤੁਹਾਡੇ ਕੀਮਤਾਂ ਪੈ ਗਈਆਂ ਨੇ ਵੀ ਮੈਂ ਮਕਾਨ ਦਵਾ। ਉਹ ਬਿਲਕੁਲ ਇਮਾਨਦਾਰੀ ਨਾਲ ਸਾਡੇ ਨਾਲ ਲੱਗੇ, ਦਰਦਾਂ ਨੂੰ ਸਾਡੇ ਗਰੀਬ ਬੰਦਿਆਂ ਦਾ ਜੀ ਬੜੇ ਉਹਨੂੰ ਧੰਨਵਾਦ ਕਰਦੇ ਸੀ ਸਿੱਧੂ ਸਾਹਿਬ ਦਾ ਸੀ ਜੀ। ਉਹ ਕਿਹੜੇ ਫਲੈਟ ਨੇ ਜਿਹਦੇ ਲਈ ਗਲਾਡਾ ਨੇ ਪੁਲਿਸ ਕਮਿਸ਼ਨਰ ਨੂੰ ਲਿਖਿਆ ਕਿ ਸਾਨੂੰ ਫੋਰਸ ਦੀ ਲੋੜ ਹੈਗੀ ਆ ਖਾਲੀ ਕਰਵਾਉਣ ਦੀ? ਉਹ ਕਿਹੜੇ ਫਲੈਟ ਨੇ? ਆਹੀ ਫਲੈਟ ਨੇ ਜੀ। ਇਹ ਹੈਗਾ 2823 2829 2861 2871 82 2911 2913 2928 2948 2999 2791 ਤੇ 2815 ਇਹ 12-13 ਮਕਾਨ ਹੈਗੇ ਨੇ ਜੀ, ਜਿਨ੍ਹਾਂ ਨੂੰ ਹਾਲਾਂਕਿ ਇਹ ਵੀ ਦੇਖੋ ਇਹ 'ਚ ਵੀ ਇੱਕ ਬਦਮਾਸ਼ੀ ਹੋਈ ਹੈ। ਇਹ ਨਾ ਮੀਟਿੰਗ ਦਾ ਵੇਰਵਾ ਦਿੱਤਾ ਜਾਂਦਾ। ਆਹ ਦੇਖੋ ਜੀ, ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਵੀ ਇਹਨਾਂ ਨੂੰ ਧਿਆਨ, FCR ਸਾਹਿਬ ਦੀ ਮੀਟਿੰਗ ਹੈ ਸਰਦਾਰ ਸੁਰਜੀਤ ਸਿੰਘ ਨਾਲ 4 ਮਈ ਨੂੰ ਜੀ। ਇਹ 'ਚ ਨੁਕਤਾ ਨੰਬਰ 4 ਦਾ ਮੈਂ ਕਾਪੀ ਦੇ ਦੂੰਗਾ ਤੁਹਾਨੂੰ ਜੀ। ਨੁਕਤਾ ਨੰਬਰ 4 ਦੇ ਉੱਤੇ ਫੈਸਲਾ ਹੋਇਆ ਪਿਆ ਜੀ। ਇਹ 'ਚ ਪੁੱਛਿਆ ਗਿਆ ਇਹਨਾਂ ਨੇ ਬਈ CRP ਕਲੋਨੀ ਜਿਹੜੇ 12 ਮਕਾਨਾਂ ਬਾਰੇ ਜ਼ਿਕਰ ਹੋਇਆ ਜੀ ਵੀ ਸਾਡੀ ਅਲਾਟਮੈਂਟ ਹੋਈ, ਕਿਸੇ ਨੇ ਤਾਲੇ ਤੋੜ ਕੇ ਸ਼ਰਾਰਤੀ ਅਨਸਰ ਵੜ ਗਏ, ਇਲਜ਼ਾਮ ਲੱਗਿਆ ਜੀ। ਇਹਦਾ ਫੈਸਲਾ ਕੀ ਹੋਇਆ ਮੀਟਿੰਗ ਦੇ ਵਿੱਚ? ਇਸ ਮੰਗ ਸੰਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ ਮੁੱਖ ਪ੍ਰਸ਼ਾਸਕ ਪੁੱਡਾ ਤੋਂ ਮੁਕੰਮਲ ਰਿਪੋਰਟ ਮੰਗਾ ਕੇ ਵਿਭਾਗ ਵਿਖੇ ਭੇਜਣ। ਮੁਕੰਮਲ ਰਿਪੋਰਟ ਮੰਗੀ ਆ ਵੀ ਸਰਵੇ ਕਰਕੇ ਭੇਜੋ। ਇਹਨਾਂ ਨੇ ਇਸ ਨੂੰ ਮੁੱਖ ਰੱਖਦੇ ਅਫਸਰ ਸਾਹਿਬਾਨ ਮਿਲ ਕੇ ਗਲਾਡਾ ਦੇ ਜਿਹੜੇ ਪਹਿਲੇ ਸੀਗੇ ਉਹਨਾਂ ਨੇ ਚੱਕ ਕੇ ਜੀ ਨੋਟਿਸ ਕੱਢਤੇ ਤੇ ਨਾਲ ਪੁਲਿਸ ਕਮਿਸ਼ਨਰ ਸਾਹਿਬ ਨੂੰ ਲਿਖਤਾ ਵੀ ਖਾਲੀ ਕਰਾਓ ਜੀ, ਪੁਲਿਸ ਸਹਾਇਤਾ ਮੰਗ ਲਈ। ਪਹਿਲੇ ਗਲਾਡਾ ਅਫਸਰ ਕਿਹੜੇ? ਮੱਲੀ ਸਾਹਿਬ। ਮੈਂ ਸਪਸ਼ਟ ਕਹਿੰਦਾ ਜੀ ਮੱਲੀ ਸਾਹਿਬ ਨੇ ਧੱਕਾ ਕੀਤਾ ਸਾਡੇ ਨਾਲ ਇੱਕ ਬਿਨਾਂ ਕਿਸੇ, ਮੈਂ ਮੱਲੀ ਸਾਹਿਬ ਨਾਲ ਮੇਰੀ ਇਸ ਗੱਲ ਤੇ ਆਰਗੂ ਹੋਈ ਆ। ਮੈਂ ਕਿਹਾ ਮੱਲੀ ਸਾਹਿਬ ਕਿਸ ਆਰਡਰ ਨਾਲ ਤੁਸੀਂ ਇਹ ਆਰਡਰ ਪਾਸ ਕਰ ਰਹੇ ਹੋ? ਤੁਸੀਂ ਤੁਹਾਨੂੰ ਸਿਰਫ ਰਿਪੋਰਟ ਮੰਗੀ ਸੀ, ਰਿਪੋਰਟ ਦਿਓ ਵੀ ਰਿਪੋਰਟ ਕੌਣ ਕਿਵੇਂ ਬੈਠੇਗਾ, ਠੀਕ ਹੈ। ਫਿਰ ਅਸੀਂ ਉੱਥੋਂ ਜਾ ਕੇ ਕਹਿੰਦੇ ਮੈਨੂੰ ਤਾਂ FCR ਸਾਹਿਬ ਨੇ ਕਿਹਾ, ਮੈਂ FCR ਸਾਹਿਬ ਕੋਲ ਪਹੁੰਚ ਗਿਆ ਜੀ। FCR ਸਾਹਿਬ ਨੂੰ ਲਿਖ ਕੇ ਦੇ ਗਿਆ ਲੈਟਰ, ਆ ਮੈਂ ਦੇ ਗਿਆ 24/5 ਨੂੰ ਜੀ ਲੈਟਰ। ਮੈਂ ਦਿਖਾਈ ਦਿੰਦਾ ਹੁਣ ਤੁਹਾਨੂੰ ਕਾਗਜ਼ 24/5 ਆ ਫੜੋ ਜੀ ਮੜੀ ਜੀ, ਆ ਲਓ ਜੀ। ਅਸੀਂ ਇਹ 24/5 ਨੂੰ FCR ਸਾਹਿਬ ਦੇ ਪੇਸ਼ ਹੋ ਕੇ ਐਪਲੀਕੇਸ਼ਨ ਦੇ ਕੇ ਆਏ ਹਾਂ, ਜਿਨ੍ਹਾਂ ਦੇ ਜਵਾਬ ਦੇ ਵਿੱਚ ਉਹਨਾਂ ਨੇ 30/5 ਨੂੰ ਜੀ ਲੁਧਿਆਣਾ ਦੇ ਵਿੱਚ ਮੇਰੇ ਨਾਮ ਦੇ ਰੈਫਰੈਂਸ ਦੇ ਕੇ DC ਸਾਹਿਬ ਨੂੰ ਇਹਨਾਂ ਮਕਾਨਾਂ ਦੀ ਮੁਕੰਮਲ ਪੜਤਾਲ ਕਰਕੇ ਜਦ ਤੱਕ ਪੜਤਾਲ ਹੋ ਰਹੀ ਹੈ ਕਿਸੇ ਕਿਸਮ ਦੀ ਕਾਰਵਾਈ ਤੇ ਰੋਕ ਲਾਤੀ ਹੈ, ਠੀਕ ਹੈ। ਆਹ ਗਲਾਡਾ ਨੇ ਜੀ ਰਿਪੋਰਟ ਭੇਜਤੀ ਹੈ ਜੀ, ਇਹ ਬੰਦੇ ਸਾਡੇ ਹੀ ਬੈਠੇ ਨੇ, ਦੰਗਾ ਪੀੜਤ ਕੋਈ ਨਹੀਂ ਬੈਠਾ। ਜਿਹਦੇ ਲਈ ਫੋਰਸ ਮੰਗੀ ਗਈ ਸੀ ਉਹਦੀ ਫਿਰ ਦੁਬਾਰਾ ਰਿਪੋਰਟ ਜਿਹੜੀ DC ਵੱਲੋਂ ਕਿਹਾ ਗਿਆ ਇਹ ਵੀ ਮੁਕੰਮਲ ਹੈ ਨਹੀਂ ਜੀ ਰਿਪੋਰਟ, ਇਹ 'ਚ ਵੀ ਕਮੀ ਹੈ। ਅੱਜ ਫਿਰ ਅਸੀਂ ਗਲਾਡਾ ਜੀ ਜਾ ਕੇ ਨਾਲੇ DC ਸਾਹਿਬ ਦੇ ਦਫ਼ਤਰ ਦਾ ਫੇਰ ਦੁਬਾਰਾ ਆਰਡਰ ਹੋ ਗਏ ਨੇ ਵੀ ਇਹਦੀ ਮੁਕੰਮਲ ਰਿਪੋਰਟ ਲਿਆਓ। 3 ਮਕਾਨਾਂ ਦੇ ਤਾਲੇ ਲਿਖੇ ਸ਼ੋਅ ਕਰਦੇ, ਜਦ ਕਿ ਉਹ ਬੰਦੇ ਤਾਂ ਇੱਥੇ ਬੈਠੇ ਨੇ, ਉਹਨਾਂ ਨੂੰ ਕਿਉਂ ਇਹ ਕਹਿ ਰਹੇ ਨੇ ਤਾਲੇ ਲੱਗੇ ਹੋਏ ਨੇ? ਸੋ ਗੱਲ ਹੈ ਵੀ ਇਹ ਬੜੇ ਹਾਈ ਲੈਵਲ ਦਾ ਸਰਜੀਤ ਸਿੰਘ ਤੇ ਗੁਰਦੀਪ ਕੌਰ ਜੀ ਦੰਗਾ ਪੀੜਤਾਂ ਦੇ ਮੋਢੇ 'ਤੇ ਤਲਵਾਰ ਰੱਖ ਕੇ ਨਾ ਬੰਦੂਕ ਰੱਖ ਕੇ ਆਪਣੇ ਨਿੱਜੀ ਫਾਇਦਿਆਂ ਲਈ ਮੈਨੂੰ ਤਾਂ ਇੱਕੋ ਜਵਾਬ ਦੇ ਦੇਣਾ ਕਿ ਓਪਨ ਡਿਬੇਟ ਕਰ ਲੈਣ ਜੀ ਮੇਰੇ ਨਾਲ ਬੈਠ ਕੇ, ਵੀ ਮੈਨੂੰ ਇੱਕੋ ਜਵਾਬ ਦੇਣ ਜੋ ਦੰਗਾ ਪੀੜਤ ਪਰਿਵਾਰ ਨੂੰ ਹੈ ਕਿੱਥੇ ਨੇ ਜੀ।
ਅਗਰ ਇਹ ਸੀਆਰਪੀ ਕਲੋਨੀ ਦੇ ਇਲਾਕਾ ਵਾਸੀ ਸਾਰੇ ਇੱਕ ਓਪਨ ਡਿਬੇਟ ਰੱਖ ਲੈਣ ਤਾਂ, ਕਿਉਂਕਿ ਲੋਕ ਨੇ ਜਿਹੜੇ ਉਹ ਆਪਣਾ ਹੱਕ ਹੀ ਚਾਹੁੰਦੇ ਨੇ, ਉਹ ਨਹੀਂ ਚਾਹੁੰਦੇ ਕਿ ਧੜੇਬੰਦੀ ਦੇ ਵਿੱਚ ਕਲੋਨੀ ਵੰਡੀ ਜਾਵੇ। ਬਿਲਕੁਲ ਰਾਜੀ ਹਾਂ। ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਔਰ ਡਿਬੇਟ ਜ਼ਰੂਰ ਕਰਾਉਣ ਨਾਲ, ਪੁਲਿਸ ਦਾ ਸਿਕਿਉਰਿਟੀ ਦਾ ਇੰਤਜ਼ਾਮ ਕਰਨ ਨਾਲ, ਤਾਂ ਕਿ ਕਿਸੇ ਕਿਸਮ ਦਾ ਅਨਸਕਾਮੀ ਘਟਨਾ ਨਾ ਵਾਪਰ ਜਾਵੇ। ਬਿਲਕੁਲ ਅਸੀਂ ਤਿਆਰ ਹਾਂ ਜੀ, ਮੈਂ ਖਾਸ ਕੇ ਮੈਂ ਤਿਆਰ ਹਾਂ ਜੀ। ਮੈਨੂੰ ਜਿੱਥੇ ਮਰਜ਼ੀ ਇਨਵੈਸਟੀਗੇਸ਼ਨ ਕਰ ਲਓ ਜੀ, ਕਿਉਂਕਿ ਮੈਂ ਕਦੇ ਕੋਈ ਮਾੜਾ ਕੰਮ ਹੀ ਨਹੀਂ ਕੀਤਾ ਜੀ। ਨਾ ਮੈਂ ਕਦੇ ਆਹ ਜਿਹੜੀ ਸੇਲ ਪਰਚੇਜ ਕਰੀ ਜਾਂਦੇ ਨੇ, ਇਲਜ਼ਾਮ ਲਾਈ ਜਾਂਦੇ ਨੇ, ਹਾਲਾਂਕਿ ਇਹ ਕਿੱਤੇ ਤਾਂ ਇਹਨਾਂ ਦੇ ਨੇ। ਠੀਕ ਹੈ, ਕਿਉਂਕਿ ਮੇਰੇ ਕੋਲ ਵੀ ਇਹਨਾਂ ਦਾ ਕੋਈ ਮਤਲਬ ਕਿ ਇਹ ਹੈ, ਹਾਲਾਂਕਿ ਇਹਨਾਂ ਜਿਹੜਾ ਮੇਰੇ ਤੇ ਮੈਂ ਬਕਾਇਦਾ ਪੁਲਿਸ ਕਮਿਸ਼ਨਰ ਨੂੰ ਸੀਪੀ ਸਾਹਿਬ ਨੂੰ ਮਿਲ ਕੇ ਕੰਪਲੇਂਟ ਕੀਤੀ ਹੋਈ ਆ। ਲਓ ਜੀ ਨੰਬਰ, ਇਹ ਮੈਂ ਮਾਨਹਾਨੀ ਦਾ ਬੀਬੀ ਗੁਰਦੀਪ ਕੌਰ ਔਰ ਸਰਜੀਤ ਸਿੰਘ ਦਾ ਕੇਸ ਲਾਇਆ ਜੀ, ਮਾਨਹਾਨੀ ਦਾ। ਇਹ ਵੀ ਭੁਗਤ ਲੈਣਗੇ ਜੀ। ਠੀਕ ਹੈ ਜੀ, ਠੀਕ ਹੈ। ਇਲਜ਼ਾਮ ਲਾਉਣਾ ਬੜਾ ਆਸਾਨ ਹੈ ਜੀ, ਤੇ ਲੇਕਿਨ ਉਹ ਸੱਚ ਦੇ ਉੱਤੇ ਉਹਨੂੰ ਸੱਚ ਸਾਬਤ ਕਰਨਾ ਬਹੁਤ ਔਖਾ ਹੈ ਜੀ। ਠੀਕ ਹੈ ਜੀ ਰਫੀਕ ਜੀ, ਸਾਰਿਆਂ ਦਾ ਤੁਹਾਡਾ ਜੀ, ਕਲੋਨੀ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਤਾਂ ਮੁਹੰਮਦ ਰਫੀਕ ਹੋਣਾ ਦੀ ਤੁਸੀਂ ਗੱਲ ਸੁਣੀ, ਜੋ ਵੀ ਇਲਜ਼ਾਮ ਬੀਬੀ ਗੁਰਦੀਪ ਕੌਰ ਔਰ ਪ੍ਰਧਾਨ ਸੁਰਜੀਤ ਸਿੰਘ ਹੋਣਾ ਕੰਨੀਓ ਲਗਾਏ ਗਏ ਸੀਗੇ ਕਿ ਮੁਹੰਮਦ ਰਫੀਕ ਹੈ ਜੋ ਨਜਾਇਜ਼ ਤੌਰ ਤੇ ਜਿਹੜਾ ਕਬਜ਼ੇ ਕਰਵਾ ਰਿਹਾ ਫਲੈਟਾਂ ਦੇ ਉੱਪਰ, ਤਾਂ ਤੱਥਾਂ ਦੇ ਆਧਾਰ ਦੇ ਉੱਪਰ ਸਾਰੇ ਜਿਹੜੇ ਡਾਕੂਮੈਂਟ ਨੇ, ਸਾਰੇ ਦਸਤਾਵੇਜ਼ਾਂ ਦੇ ਨਾਲ ਮੁਹੰਮਦ ਰਫੀਕ ਨੇ ਵੀ ਆਪਣਾ ਜਿਹੜਾ ਪੱਖ ਤੁਹਾਡੇ ਸਾਹਮਣੇ ਰੱਖਿਆ ਹੈਗਾ। ਤਾਂ ਹੁਣ ਦੇਖਦੇ ਹਾਂ ਕਿ ਇਸ ਕਲੋਨੀ ਦਾ ਜੋ ਫੈਸਲਾ ਕਲੋਨੀ ਵਾਸੀ ਆਪਸ ਦੇ ਵਿੱਚ ਬੈਠ ਕੇ ਨਿਪਟਾ ਲੈਣ, ਦਫ਼ਤਰਾਂ ਦੇ ਚੱਕਰ ਲਗਾਉਣ ਦੀ ਬਜਾਏ, ਤਾਂ ਜ਼ਿਆਦਾ ਵਧੀਆ ਹੋਵੇਗਾ। ਔਰ ਮੁਹੰਮਦ ਰਫੀਕ ਉਹਨਾਂ ਨੇ ਕਿਹਾ ਕਿ ਮੈਨੂੰ ਜਦੋਂ ਵੀ ਕਹਿਣਗੇ, ਜਿੱਥੇ ਵੀ ਕਹਿਣਗੇ, ਮੈਂ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਤਿਆਰ ਹਾਂ ਓਪਨ ਡਿਬੇਟ ਦੇ ਵਿੱਚ ਬੈਠ ਕੇ ਮੇਰੇ ਨਾਲ ਜੋ ਵੀ ਉਹਨਾਂ ਦੇ ਗਿਲੇ ਨੇ, ਸ਼ਿਕਵੇ ਨੇ, ਸਾਰੇ ਓਪਨ ਡਿਬੇਟ ਦੇ ਵਿੱਚ ਸਾਰਿਆਂ ਲੋਕਾਂ ਦੇ ਸਾਹਮਣੇ ਗੱਲ ਕਰਨ। ਮੈਂ ਹਰੇਕ ਗੱਲ ਦਾ ਜਿਹੜਾ ਜਵਾਬ ਦੇਵਾਂਗਾ। ਸੋ ਨਵੇਂ ਅਪਡੇਟ ਨਾਲ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ ਜੀ। ਕੈਮਰਾ ਪਰਸਨ ਹਰਜੀਤ ਸਿੰਘ ਨਾਲ ਹਰਵਿੰਦਰ ਸਿੰਘ ਢਿੱਲੋਂ, ਲੁਧਿਆਣਾ ਲਾਈਵ।